ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ। ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਆਪਾਂ ਅਕਸਰ ਜਦੋਂ ਵੀ ਅਰਦਾਸ ਹੁੰਦੀ ਹੈ ਤੇ ਉਸ ਤੋਂ ਬਾਅਦ ਦੋਹਰਾ ਪੜਿਆ ਜਾਂਦਾ ਹੈ, ਸਿੱਖ ਹਮੇਸ਼ਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ। ਜਿੱਥੇ ਸਰਬੱਤ ਦਾ ਭਲਾ ਮੰਗਦਾ ਹੈ ਉੱਥੇ ਸਿੱਖ ਇਹ ਵੀ ਗੱਲ ਕਹਿੰਦਾ ਕਿ ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਸੋ ਕਈ ਵਾਰ ਸਾਨੂੰ ਇਹ ਲੱਗਦਾ ਹੈਗਾ ਜਦੋਂ ਆਪਣੇ ਆਸੇ-ਪਾਸੇ ਝਾਤ ਮਾਰ ਕੇ ਦੇਖਦੇ ਹਾਂ, ਜਦੋਂ ਕੌਮ ਦੇ ਹਾਲਾਤ ਵੇਖਦੇ ਹਾਂ ਤੇ ਅਕਸਰ ਸਿੱਖ ਇਹ ਗੱਲ ਕਹਿ ਦਿੰਦੇ ਆ ਕਿ ਸਿੱਖ ਅੱਜ ਕੱਲ੍ਹ ਖੁਆਰ ਹੋ ਰਹੇ ਨੇ। ਜਿਹੜੀ ਸਿੱਖਾਂ ਦੀ ਖੁਆਰੀ ਹੋ ਰਹੀ ਹੈ ਉਹਦੇ ਦੋ ਕਾਰਨ ਨੇ, ਦੋ ਪਾਸਿਓਂ ਹੋ ਰਹੀ ਹੈ। ਇੱਕ ਤੇ ਸਮੇਂ ਦੀਆਂ ਹਕੂਮਤਾਂ ਦੇ ਵੱਲੋਂ, ਸਮੇਂ ਦੀ ਹਕੂਮਤ ਸਿੱਖ ਕੌਮ ਨੂੰ ਖੁਆਰ ਕਰਨ ਤੇ ਲੱਗੀ ਹੋਈ ਹੈ, ਤੇ ਦੂਜੀ ਖੁਆਰੀ ਜਿਹਦੀ ਵਜ੍ਹਾ ਸਿੱਖ ਖੁਦ ਬਣੇ ਹੋਏ ਨੇ। ਸਿੱਖ ਕੌਮ, ਸਿੱਖ ਲੀਡਰਸ਼ਿਪ, ਇੱਕ ਆਮ ਸਿੱਖ ਜਥੇਬੰਦੀਆਂ ਦੇ ਆਗੂ ਉਹ ਖੁਦ ਬਣੇ ਹੋਏ ਨੇ। ਸੋ ਸਿੱਖ ਹਮੇਸ਼ਾ ਇਸ ਗੱਲ ਦੀ ਆਸ ਕਰਦੇ ਨੇ, ਉਸ ਸਮੇਂ ਦੀ ਉਡੀਕ ਕਰਦੇ ਨੇ ਕਿ ਆਖਰ ਕਦੋਂ ਉਹ ਸਮਾਂ ਆਊਗਾ ਜਦੋਂ ਉਹ ਖੁਆਰੀ ਵਾਲਾ ਦੌਰ ਖਤਮ ਹੋਊਗਾ, ਔਰ ਜਦੋਂ ਮਿਲ ਬੈਠ ਕੇ ਇੱਦਾਂ ਦੇ ਹਾਲਾਤ ਬਣ ਗਏ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ। ਵੀ ਕਦੋਂ ਇੱਦਾਂ ਦੇ ਹਾਲਾਤ ਬਣ ਗਏ। ਸੋ ਬੀਤੀ ਕੱਲ੍ਹ ਸਰਬੱਤ ਖਾਲਸਾ ਵਿੱਚ ਚੁਣੇ ਗਏ ਜਥੇਦਾਰ, ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਰਾਂ ਨੇ ਇੱਕ ਚਿੱਠੀ ਲਿਖੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ। ਉਹਨਾਂ ਨੂੰ ਇਹ ਗੱਲ ਆਖੀ ਹੈ, ਕਹਿੰਦੇ ਕਿ ਆਓ ਆਪਾਂ ਮਿਲ ਬੈਠ ਕੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਵਾਸਤੇ ਕੋਈ ਨਾ ਕੋਈ ਯੋਜਨਾ ਘੜੀਏ। ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਕੌਮ ਨੂੰ ਜੋ ਦੁਸ਼ਵਾਰੀਆਂ ਝੱਲ ਰਹੀ ਹੈ ਉਹਦੇ ਵਿੱਚੋਂ ਆਪਾਂ ਬਾਹਰ ਕੱਢ ਲਈਏ। ਸੋ ਇਸ ਵਿਸ਼ੇ 'ਤੇ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਕੁਲਦੀਪ ਸਿੰਘ ਜੀ ਵਿਰਕ ਜੁੜੇ ਹੋਏ ਨੇ। ਪਹਿਲਾਂ ਕਰਦੇ ਹਾਂ ਸਵਾਗਤ ਤੇ ਉਸ ਤੋਂ ਬਾਅਦ ਲੈਂਦੇ ਆਪਾਂ ਉਹਨਾਂ ਦੇ ਕੋਲ ਬਹੁਤ ਸਾਰੀ ਜਾਣਕਾਰੀ ਵੀ ਉਹ ਇਸ ਸਾਰੇ ਕਾਸੇ ਦੇ ਪ੍ਰਤੀ ਕੀ ਸੋਚਦੇ ਨੇ। ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਦਿਓ। ਤੁਹਾਡੇ ਨਾਲ ਹੀ ਸਾਡਾ ਪ੍ਰੋਗਰਾਮ ਹੈ, ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਿ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਤੁਸੀਂ ਉਸ ਚਿੱਠੀ ਬਾਬਤ ਕੀ ਸੋਚਦੇ ਹੋ। ਕੀ ਤੁਹਾਨੂੰ ਲੱਗਦਾ ਕਿ ਅੱਗੋਂ ਕੋਈ ਵਧੀਆ ਰਿਸਪੌਂਸ ਮਿਲੂਗਾ? ਕੀ ਤੁਹਾਨੂੰ ਲੱਗਦਾ ਕਿ ਵਾਕਈ ਭਾਈ ਧਿਆਨ ਸਿੰਘ ਮੰਡ ਹੋਰੀ ਉਹ ਵੀ ਦਿਲੋਂ ਗੰਭੀਰ ਨੇ? ਕੀ ਸੋਚਦੇ ਹੋ ਕੀ ਹੋਣਾ ਚਾਹੀਦਾ? ਵਿਰਕ ਸਾਹਿਬ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ? ਕੱਲ ਧਿਆਨ ਸਿੰਘ ਮੰਡ ਹੋਰਾਂ ਦਾ ਕਹਿਣਾ ਹੈਗਾ ਕਿ ਮੈਂ ਤੇ ਭਾਈ ਪਹਿਲ ਕਰਤੀ ਹੈ, ਹੁਣ ਮੈਂ ਉਧਰੋਂ ਇੰਤਜ਼ਾਰ ਕਰਦਾ ਵੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਕੋਈ ਹਾਂ ਪੱਖੀ ਹੁੰਗਾਰਾ ਦਿੰਦੇ ਨੇ ਜਾਂ ਨਹੀਂ, ਔਰ ਮੈਨੂੰ ਲੱਗਦਾ ਕਿ ਚਿੱਠੀ ਤੁਸੀਂ ਜ਼ਰੂਰ ਪੜ੍ਹੀ ਹੋਊਗੀ। ਕੀ ਕਹਿਣਾ ਚਾਹੁੰਦੇ? ਸੱਜਣ ਜੀ, ਮੈਂ ਚਿੱਠੀ ਪੜ੍ਹੀ, 2 ਵਾਰ ਪੜ੍ਹੀ ਹੈ ਜੀ, ਤੇ ਮੈਨੂੰ ਬਹੁਤ ਖੁਸ਼ੀ ਵੀ ਹੈ ਜਦੋਂ ਕੋਈ ਕੌਮ ਦਾ ਆਗੂ, ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਜੇ ਕੋਈ ਏਕਤਾ ਦੀ ਬਾਤ ਪਾਵੇ ਤਾਂ ਬੜੀ ਚੰਗੀ ਗੱਲ ਹੈ, ਉਹਦਾ ਸਵਾਗਤ ਕਰਨਾ ਚਾਹੀਦਾ ਜੀ। ਉਹਨਾਂ ਨੇ ਗੱਲ ਏਕਤਾ ਦੀ ਕੀਤੀ ਹੈ। ਅੱਜ ਪੰਥ ਦੇ ਆਗੂ ਥੱਕੇ ਹਾਰੇ ਪਏ ਨੇ, ਕੁਛ ਪੱਲੇ ਨਹੀਂ ਰਿਹਾ। ਸਭ ਨੂੰ ਪਤਾ ਹੈ ਆਪੋ ਆਪਣਾ ਕਿ ਹੁਣ ਅਸੀਂ ਪਿਛਲੇ ਘੱਟੋ ਘੱਟ 2015 ਤੋਂ ਲਾਵਾਂ ਬਰਗਾੜੀ ਜੋ ਕਾਂਡ ਹੋਇਆ ਉਸ ਤੋਂ ਲੈ ਕੇ ਅੱਜ ਤੱਕ 8 ਸਾਲ 'ਚ ਜੋ ਸਾਡੀ ਸਿੱਖੀ ਦਾ ਘਾਣ ਹੋਇਆ, ਸ਼੍ਰੋਮਣੀ ਅਕਾਲੀ ਦਲ ਦਾ ਘਾਣ ਹੋਇਆ, ਸਿੱਖ ਸੰਸਥਾਵਾਂ ਦਾ ਘਾਣ ਹੋਇਆ, ਅਕਾਲ ਤਖਤ ਦੀ ਗਰੀਮਾ ਨੂੰ ਠੇਸ ਪਹੁੰਚੀ ਹੈ, ਉਹ ਸਾਰੇ ਲਈ ਜੇ ਹੁਣ ਆਪਣੇ ਗੁਨਾਹ, ਆਪਣੀਆਂ ਕਮੀਆਂ, ਆਪਣੀਆਂ ਗਲਤੀਆਂ ਮਹਿਸੂਸ ਕਰਨ ਲੱਗੇ ਨੇ ਤਾਂ ਬਹੁਤ ਪੰਥ ਵਿੱਚ ਏਕਤਾ ਹੋਣੀ ਬੜੀ ਜ਼ਰੂਰੀ ਹੈ। ਜਦ ਤੱਕ ਪੰਥ ਵਿੱਚ ਏਕਤਾ ਨਹੀਂ ਹੁੰਦੀ ਉਹਨਾਂ ਚਿਰ ਕਦੇ ਵੀ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ 'ਚ ਨਹੀਂ ਜਾ ਸਕਦਾ। ਇਹ ਚੰਗਾ ਕੰਮ ਕੀਤਾ ਹੈ, ਪਰ ਇਹ ਕਰਨ ਦੇ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਕਾਸ਼ ਮੰਡ ਸਾਹਿਬ ਨੇ ਜਦੋਂ ਇਹ ਚਿੱਠੀ ਲਿਖੀ ਹੈ ਜੀ, ਲਿਖਣ ਵੇਲੇ ਕੋਈ ਇਹਨਾਂ ਕੋਲ ਕੋਈ ਬੁੱਧੀਜੀਵੀ, ਇੰਟਲੈਕਚੁਅਲ, ਕੋਈ ਅੱਛਾ ਕੋਈ ਸਿੱਖ ਧਰਮ ਦੇ ਸਿਧਾਂਤਾਂ ਤੋਂ, ਇਤਿਹਾਸ ਤੋਂ ਵਾਕਫ ਹੁੰਦਾ ਤਾਂ ਜੋ ਸ਼ਬਦ ਪਹਿਲਾਂ ਹੀ ਲਿਖਿਆ ਕਿ ਮੇਰੇ ਹਮ ਰੁਤਬਾ, ਉਹ ਬੜਾ ਗਲਤ ਸ਼ਬਦ ਹੈ। ਅਕਾਲ ਤਖਤ ਸਾਹਿਬ ਇੱਕ ਹੈ, ਇੱਕ ਹੀ ਜਥੇਦਾਰ ਰਿਹਾ ਅੱਜ ਤੱਕ ਇਤਿਹਾਸ ਦੇ ਵਿੱਚ। ਪਹਿਲੀ ਵਾਰ ਹੋਇਆ ਸਾਡੀ ਬਦਕਿਸਮਤੀ ਕਿ 2016 ਦੇ ਵਿੱਚ ਜਥੇਦਾਰ ਦੇ ਬਰਾਬਰ ਜਥੇਦਾਰ ਖੜਾ ਕਰਤਾ, ਕੌਮ 2 ਧੜਿਆਂ 'ਚ ਵੰਡ ਗਈ। ਅੱਜ ਤੱਕ ਅਸੀਂ ਇਸ ਗੱਲ ਤੇ ਹੀ ਪਾਟੋ ਧਾੜ ਪਈ ਰਹੀ ਕਿ ਜਥੇਦਾਰ ਕਿਹਨੂੰ ਮੰਨੀਏ ਜੀ। ਕੁਝ ਬਹੁਤੀ ਕੌਮ ਜਿਹੜੀ ਉਧਰ ਜਥੇਦਾਰ ਜੋ ਐਜੀਪੀਸੀ ਵੱਲੋਂ ਅਪਾਇੰਟਡ ਜੋ ਚੱਲਦਾ ਆ ਰਿਹਾ ਸੀ ਪ੍ਰਥਾ, ਉਹਨੂੰ ਮੰਨ ਰਹੇ ਸੀ ਕਿ ਜੋ ਸਰਬੱਤ ਖਾਲਸਾ ਨੇ ਚੁਣ ਲਏ ਉਹਨਾਂ ਨੂੰ ਮੰਨਦੇ ਸੀਗੇ। ਆਪਸ ਦੇ ਵਿੱਚ ਪੂਰੀਆਂ ਲੀਕ ਖਿੱਚੀ ਗਈ ਸੀ, ਅਰੇ ਦਾ ਬੜਾ ਭਾਰੀ ਨੁਕਸਾਨ ਕੌਮ ਨੂੰ ਭੁਗਤਣਾ ਪਿਆ। ਅੱਜ ਮੰਡ ਸਾਹਿਬ ਨੂੰ ਜੇ ਸਮਝ ਆਈ ਹੈ ਤਾਂ ਇਹ ਸ਼ੁਕਰ ਹੈ ਅਕਾਲ ਪੁਰਖ ਦਾ, ਪਰਮਾਤਮਾ ਦਾ, ਕਿ ਇੰਨੀ ਖੁਆਰੀ ਤੋਂ ਬਾਅਦ ਜੇ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਚਿੱਠੀ ਦੇ ਨਾਲ ਰਿਜ਼ਾਈਨ ਵੀ ਦਿੰਦੇ। ਜਿਸ ਤਰ੍ਹਾਂ ਦਾਦੂਵਾਲ ਸਾਹਿਬ ਨੇ ਦੇਤਾ, ਅਜਨਾਲਾ ਸਾਹਿਬ ਨੇ ਦੇਤਾ, ਤਾਂ ਮੰਡ ਸਾਹਿਬ ਦਾ ਜਥੇਦਾਰ ਰਹਿਣਾ ਹੀ ਨਹੀਂ, ਵਾਜਬ ਹੀ ਨਹੀਂ ਹੈ।
ਅਸਤੀਫਾ ਦੇ ਕੇ ਨਾਲ ਚਿੱਠੀ ਲਿਖਦੇ ਕਿ ਸਿੰਘ ਸਾਹਿਬ ਜੋ ਫੈਸਲਾ ਚੱਬੇ ਹੋਇਆ ਸੀ ਉਹ ਹੁਣ ਸਰਬ ਪ੍ਰਵਾਨਿਤ ਸੀਗਾ। ਉਸ ਟਾਈਮ ਜੋ ਵੀ ਹੋਇਆ, ਜੋ ਗਲਤੀਆਂ ਹੋਈਆਂ ਨੇ ਪਿਛਲੇ ਸਮੇਂ 'ਚ ਸਾਰਿਆਂ ਵੱਲੋਂ, ਇਹ ਨਹੀਂ ਹੈ ਕਿ ਅਕਾਲੀ ਦਲ ਵੱਲੋਂ, ਐਸਜੀਪੀਸੀ ਵੱਲੋਂ ਜਾਂ ਇਸ ਜਿਹੜੇ 3 ਕਾਰਜਕਾਰੀ ਜਥੇਦਾਰ ਸਰਬੱਤ ਖਾਲਸਾ ਵੱਲੋਂ ਥਾਪੇ ਗਏ, ਸਭ ਤੋਂ ਗਲਤੀਆਂ ਹੋਈਆਂ। ਕਿਸੇ ਤੋਂ ਗਲਤੀ ਥੋੜੀ, ਕਿਸੇ ਤੋਂ ਜ਼ਿਆਦੀ, ਇੱਕ ਦੂਜੇ ਦੇ ਉੱਤੇ ਦੂਜਿਆਂ ਤੋਂ ਸਿਵਾਏ ਕੋਈ ਕੰਮ ਹੋਇਆ ਨਹੀਂ। ਰੁਲ ਗਈ ਕੌਮ, ਗੁਰੂ ਵੀ ਰੁਲ ਗਿਆ, ਕੌਮ ਵੀ ਰੁਲ ਗਈ। ਉਹਦੇ ਲਈ ਇਹ ਜ਼ਰੂਰੀ ਸੀਗਾ ਕਿ ਅਸਤੀਫਾ ਦੇ ਕੇ ਫਿਰ ਸਿੰਘ ਸਾਹਿਬ ਨੂੰ ਆਪ ਇੱਕ ਵਾਰ ਇਹਨਾਂ ਨੂੰ, ਜਦੋਂ ਬਰਾਬਰ ਹਮਰੁਤਬਾ ਕਹਿੰਦੇ ਆ ਤਾਂ ਫਿਰ ਏਕਤਾ ਨਹੀਂ ਹੁੰਦੀ। ਏਕਤਾ ਉਦੋਂ ਹੁੰਦੀ ਹੈ ਜਦੋਂ ਸਿਆਣਿਆਂ ਦਾ ਕਹਿਣਾ ਹੈ ਕਿ ਜਦੋਂ ਜੰਗ ਆਪਣਿਆਂ ਨਾਲ ਹੋਵੇ ਤਾਂ ਹਾਰ ਜਾਣਾ ਵੀ ਇੱਕ ਕਲਾ ਹੈ। ਹਾਰਿਆ ਸੋ ਤਰਿਆ। ਪਰਿਵਾਰ 'ਚ ਲੜਾਈ ਹੋਵੇ ਤਾਂ ਜਿਹੜਾ ਹਾਰ ਜਾਵੇ ਉਹ ਤਰ ਜਾਂਦਾ, ਜਿਹੜਾ ਨਾ ਹਾਰੇ ਉਹ ਪਰਿਵਾਰ ਖਤਮ ਹੋ ਜਾਂਦਾ। ਅੱਜ ਇਹਨਾਂ ਨੇ ਜੋ ਰਸਤਾ ਚੁਣਿਆ ਹੈ ਸ਼ਲਾਘਾਯੋਗ ਹੈ, ਪਰ ਇਸ ਦੇ ਨਾਲ ਹੀ ਦੇਖੋ ਜਦੋਂ ਸਰਬੱਤ ਖਾਲਸਾ ਦੇ ਚੁਣੇ ਹੋਏ 3 ਜਥੇਦਾਰ ਦਾਦੂਵਾਲ ਸਾਹਿਬ, ਅਜਨਾਲਾ ਸਾਹਿਬ ਤੇ ਮਨ ਸਾਹਿਬ, ਤਿੰਨਾਂ ਦੀ ਆਪਸ ਦੇ ਵਿੱਚ ਫਰਕ ਪੈ ਗਿਆ, ਬੋਲਚਾਲ ਤੱਕ ਨਹੀਂ ਰਿਹਾ। ਬਰਗਾੜੀ ਕਾਂਡ ਦੇ ਵਿੱਚ ਇੰਨੇ ਗੰਭੀਰ ਇਲਜ਼ਾਮ ਲੱਗ ਗਏ। ਜਦੋਂ ਇੱਕ ਸਰਬੱਤ ਖਾਲਸਾ ਦੇ ਜਥੇਦਾਰ ਤੇ ਇਲਜ਼ਾਮ ਲੱਗ ਗਏ ਸੀ, ਉਸੇ ਟਾਈਮ ਅਸਤੀਫਾ ਦੇ ਦੇਣਾ ਚਾਹੀਦਾ। ਬਾਅਦ ਚ ਦਾਦੂਵਾਲ ਸਾਹਿਬ ਨੇ ਦਿੱਤਾ, ਅਜਨਾਲਾ ਸਾਹਿਬ ਨੇ ਦਿੱਤਾ, ਮਨ ਸਾਹਿਬ ਨੂੰ ਵੀ ਚਾਹੀਦਾ ਸੀ ਅਸਤੀਫਾ ਦੇ ਦਿੰਦੇ, ਪਰ ਚਲੋ ਦੇਰ ਆਏ ਦਰੁਸਤ ਆਏ। ਅੱਜ ਉਹਨਾਂ ਨੂੰ ਕੌਮ ਦੀ ਪੀੜ ਜਾਗੀ ਹੈ ਕਿ ਕੌਮ ਦਾ ਨੁਕਸਾਨ ਹੋ ਰਿਹਾ। ਕੌਮ ਜਿਹੜੀ ਆ ਉਹ ਹੁਣ ਇਹਨਾਂ ਤੋਂ ਦੁਖੀ ਹੈ, ਆਗੂਆਂ ਤੋਂ, ਕਿ ਤੁਸੀਂ ਏਕਤਾ ਕਿਉਂ ਨਹੀਂ ਕਰਦੇ। ਤੇ ਉਸ ਲਈ ਉਹਨਾਂ ਨੇ ਇੱਕ ਵਾਸਤਾ ਪਾਇਆ ਕਿ ਏਕਤਾ ਹੋਣੀ ਜ਼ਰੂਰੀ ਹੈ। ਇਹ ਬੜੀ ਚੰਗੀ ਗੱਲ ਹੈ। ਏਕਤਾ ਦਾ ਇਹਦਾ ਹਰ ਇੱਕ ਨੂੰ ਸਵਾਗਤ ਕਰਨਾ ਚਾਹੀਦਾ, ਪਰ ਇਹਦੇ ਨਾਲ ਨਿਉ ਕੇ ਜਦ ਤੱਕ ਆਪਾਂ ਆਪਣੇ ਹੈਂਕੜ ਨਹੀਂ ਮਾਰਦੇ, ਹਉਮੈ ਨਹੀਂ ਮਾਰਦੇ, ਉਹਨਾਂ ਚਿਰ ਏਕਤਾ ਨਹੀਂ ਹੋ ਸਕਦੀ। ਹੁਣ ਇੱਕ ਗੱਲ ਇੱਥੇ ਹੋਰ ਬੜੀ ਜੋ ਮੈਨੂੰ ਚੁਭੀ ਹੈ ਕਿ ਇਹਨਾਂ ਨੇ ਇੱਕ ਗੱਲ ਜੋ ਲਿਖੀ ਕਿ ਕੌਮ ਕੋਲ ਕੋਈ ਏਜੰਡਾ ਹੀ ਨਹੀਂ, ਬਿਨਾਂ ਏਜੰਡੇ ਤੋਂ ਕੌਮ ਤੁਰੀ ਫਿਰਦੀ ਹੈ। ਇਟਸ ਵੈਰੀ ਬੈਡ। ਇਹ ਸ਼ਬਦ ਵਰਤਣਾ ਸਿੱਖ ਕੌਮ ਨੂੰ ਸ਼ੋਭਾ ਨਹੀਂ ਦਿੰਦਾ। ਇਹ ਉਹ ਕੌਮ ਹੈ ਜਿਹੜੀ ਏਜੰਡੇ ਤੋਂ ਬਿਨਾਂ ਥੋੜਾ ਤੁਰੀ ਫਿਰਦੀ ਹੈ। ਏਜੰਡੇ ਸਾਡੇ ਕੋਲ ਬਹੁਤ ਨੇ। ਦੇਖੋ ਸਤੰਬਰ 1966 ਨੂੰ ਪਾਰਲੀਮੈਂਟ ਦੇ ਵਿੱਚ ਸਰਦਾਰ ਕਪੂਰ ਸਿੰਘ ICS ਨੇ ਇੱਕ ਸਪੀਚ ਦਿੱਤੀ ਸੀ, ਉਹ ਹਰ ਸਿੱਖ ਨੂੰ ਸੁਣਨੀ ਚਾਹੀਦੀ ਹੈ। ਮੈਂ ਕੋਸ਼ਿਸ਼ ਕਰਦਾ ਉਹਨੂੰ ਫੇਸਬੁੱਕ ਤੇ ਪਾਉਣ ਦੀ, ਗਰੁੱਪ ਤੇ ਪਾਉਣ ਦੀ, ਸਭ ਕੁਝ ਤੇ। ਉਹਦੇ ਵਿੱਚ ਉਹਨਾਂ ਨੇ ਏਜੰਡਾ ਸਾਫ਼ ਕਰ ਦਿੱਤਾ ਸੀ ਕਿ ਸਿੱਖ ਕੌਮ ਨਾਲ ਕੀ ਧੱਕਾ ਹੋਇਆ, ਕੀ ਵਾਅਦਾ ਖਿਲਾਫੀ ਹੋਈ ਹੈ, ਅਸੀਂ ਕਿੱਥੇ ਖੜੇ ਹਾਂ, ਸਾਨੂੰ ਕੀ ਚਾਹੀਦਾ। ਉਹ ਇੱਕ ਇੱਕ ਸ਼ਬਦ, ਉਹ ਸਾਡਾ ਏਜੰਡਾ ਹੈ। ਸਿੱਖ ਰਾਜ ਦੀ ਪ੍ਰਾਪਤੀ ਸਾਡਾ ਏਜੰਡਾ ਹੈ। ਜੋ ਸਾਡੇ ਨਾਲ ਧੋਖਾ ਨਹਿਰੂ ਗਾਂਧੀ ਕਰ ਗਏ, ਉਹ ਧੋਖੇ ਦਾ ਬਦਲਾ ਲੈਣਾ, ਉਸ ਧੋਖੇ ਦੇ ਬਦਲੇ ਸਾਨੂੰ ਸਾਡਾ ਪੰਜਾਬ ਦੇਣਾ, ਇਹ ਸਾਡਾ ਏਜੰਡਾ। ਜੋ ਨਵਾਂ ਏਜੰਡਾ ਕਿਉਂ ਨਹੀਂ ਏਜੰਡਾ? ਏਜੰਡੇ ਲਈ ਹਜ਼ਾਰਾਂ ਕੁਰਬਾਨੀਆਂ ਹੋ ਗਈਆਂ ਨੇ। ਅਕਾਲ ਤਖਤ ਢਵਾ ਲਿਆ, ਸੰਤ ਸ਼ਹੀਦ ਕਰਾ ਲਏ, ਹਜ਼ਾਰਾਂ ਸਿੰਘ ਸ਼ਹੀਦ ਕਰਾ ਲਏ, ਘਰਾਂ ਦੇ ਘਰ ਬਰਬਾਦ ਕਰਾ ਲਏ, ਤੇ ਏਜੰਡਾ ਸਾਡੇ ਕੋਲ ਹੈ ਹੀ ਨਹੀਂ। ਏਜੰਡਾ ਹੈ ਪਰ ਸਾਡੇ ਲੀਡਰ ਜਿਹੜੇ ਨੇ ਉਹ ਇਕਮੁੱਠ ਹੋ ਕੇ ਏਜੰਡੇ ਵੱਲ ਨਹੀਂ ਤੁਰੇ, ਇੱਕ ਸੁਰ ਹੋ ਕੇ ਨਹੀਂ ਤੁਰੇ। ਤੁਰਨਾ ਚਾਹੀਦਾ। ਇਸ ਵੇਲੇ 2 ਧੜੇ ਨੇ, ਇੱਕ ਰਾਜਸੀ ਹੈ, ਇੱਕ ਜਿਹੜਾ ਉਹ ਫਰੀडम ਫਾਈਟਰ ਨੇ। ਦੋਹਾਂ ਨੂੰ ਮਿਲ ਕੇ ਚੱਲਣਾ ਚਾਹੀਦਾ। ਅਸੀਂ ਇਹਨਾਂ ਦਾ ਵਿਰੋਧ ਨਾ ਕਰੀਏ, ਇਹ ਫਰੀडम ਫਾਈਟਰ ਨਾ ਕਰਨ। ਏਜੰਡਾ ਇੱਕ ਹੀ ਹੈ। ਸਿਆਸਤ ਤੋਂ ਬਿਨਾਂ ਜਿੰਨਾ ਚਿਰ ਸਾਡੀ ਸਿੱਖ ਸਿਆਸਤ ਕਾਇਮ ਨਹੀਂ ਰਹਿੰਦੀ, ਉਹਨਾਂ ਚਿਰ ਸਾਡੀ ਲੜੀ ਅਧੂਰੀ ਹੈ। ਇਸ ਲਈ ਏਕਤਾ ਇੱਕ ਸਿਧਾਂਤ ਤੇ ਇੱਕ ਮੁੱਦੇ ਤੇ ਹੋਵੇ। ਮੈਂ ਚਾਹੁੰਦਾ ਕਿ ਦੇਖੋ ਕੱਲ ਮੈਂ ਕਿੱਥੇ ਜ਼ਿਕਰ ਕਰਦੇ ਕਿ ਸਿੰਘ ਬਾਦਲ ਨੇ ਵੀ ਇੱਕ ਅਪੀਲ ਕੀਤੀ ਹੈ, ਉਹ ਰੁੱਸ ਕੇ ਗਏ ਆ, ਸਾਰੇ ਅਕਾਲੀ ਦਲ 'ਚ ਵਾਪਸ ਆ ਜਾਓ, ਮੈਂ ਮਾਫੀ ਮੰਗਦਾ। 2 ਵਾਰ ਮਾਫੀ ਮੰਗ ਲਈ। ਉਦੋਂ ਉਹਦੇ ਤੇ ਵੀ ਮੈਨੂੰ ਇਹ ਇਤਰਾਜ਼ ਹੈ ਕਿ ਬਾਦਲ ਸਾਹਿਬ ਮਾਫੀ ਮੰਗ ਰਹੇ ਆ, ਸਵਾਗਤ ਹੈ, ਪਰ ਮਾਫੀ ਮੰਗਣ ਤੋਂ ਪਹਿਲਾਂ ਉਹ ਰਿਜ਼ਾਈਨ ਦੇਣ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਸਾਡੇ ਰਾਜ ਭਾਗ ਵਿੱਚ ਸਾਡੇ ਤੇ ਇਲਜ਼ਾਮ ਲੱਗਿਆ, ਸਾਡੇ ਤੋਂ ਗਲਤੀਆਂ ਹੋਈਆਂ ਤੇ ਆਹ ਅਸਤੀਫਾ ਦੇ ਰਿਹਾ। ਸਿੰਘ ਸਾਹਿਬ ਜਿਹਨੂੰ ਤੁਸੀਂ ਚੁਣਨਾ ਚੁਣ ਦਿਓ, ਮੈਂ ਬੈਠਾ, ਮੈਂ ਆਪਣੀ ਗਲਤੀ ਮੰਨਦਾ, ਮਾਫੀ ਮੰਗਦਾ, ਕੌਮ ਇਕੱਠੀ ਹੋ ਜਾਵੇ, ਮੈਨੂੰ ਪ੍ਰਧਾਨਗੀ ਨਹੀਂ ਚਾਹੀਦੀ। ਹੋ ਸਕਦਾ ਕੌਮ ਬਾਦਲ ਸਾਹਿਬ ਨੂੰ ਪ੍ਰਧਾਨ ਬਣਾ ਦੇ ਦੁਬਾਰਾ। ਇਹੀ ਕੰਮ ਢੀਂਡਸਾ ਸਾਹਿਬ ਨੂੰ ਕਰਨਾ ਚਾਹੀਦਾ, ਇਹੀ ਮਾਨ ਸਾਹਿਬ ਨੂੰ ਕਰਨਾ ਚਾਹੀਦਾ, ਇਹੀ ਬੀਬੀ ਜਗੀਰ ਕੌਰ ਨੂੰ ਕਰਨਾ ਚਾਹੀਦਾ, ਇਹੀ ਸਰਦਾਰ ਰਵਿੰਦਰ ਸਿੰਘ ਨੂੰ ਕਰਨਾ ਚਾਹੀਦਾ, ਇਹੀ ਗੁਰਦੀਪ ਬਠਿੰਡਾ ਨੂੰ ਕਰਨਾ ਚਾਹੀਦਾ, ਇਹੀ ਦਲ ਖਾਲਸਾ ਦੇ ਪ੍ਰਧਾਨ ਚੀਮਾ ਸਾਹਿਬ ਨੂੰ ਕਰਨਾ ਚਾਹੀਦਾ। ਸਾਰੇ ਅਕਾਲ ਤਖਤ ਤੇ ਜਾ ਕੇ ਨਿਉ ਕੇ ਅਸਤੀਫੇ ਦੇ ਦੇਣ, ਸਿੰਘ ਸਾਹਿਬ ਦੀ ਅਗਵਾਈ ਕਬੂਲ ਲੈਣ, ਤਾਂ ਕੌਮ ਵਿੱਚ ਏਕਤਾ ਹੋ ਜਾਏਗੀ। ਜੇ ਏਕਤਾ ਕਰਨੀ ਚਾਹੁੰਦੇ ਆ ਦਿਲ ਜੀ। ਜਿਹੜੀ ਤੁਸੀਂ ਆਹ ਗੱਲ ਕਰ ਰਹੇ ਹੋ ਨਾ ਜੀ, ਕਾਫੀ ਲੰਮੀ ਚੌੜੀ ਗੱਲ ਹੋ ਗਈ ਹੈ। ਮੈਨੂੰ ਤੁਹਾਡੀ ਸਾਰੀ ਗੱਲਬਾਤ ਵਿੱਚੋਂ ਜੋ ਝਲਕ ਪਈ ਹੈਗੀ ਆ, ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਉਹ ਵੀ ਜ਼ਰੂਰ ਦਿਆਨਤਦਾਰੀ ਦੇ ਨਾਲ, ਇਮਾਨਦਾਰੀ ਦੇ ਨਾਲ ਔਰ ਬੜੇ ਸੱਭਿਅਕ ਭਾਸ਼ਾ ਦੇ ਵਿੱਚ ਦਰਸ਼ਕੋ ਤੁਸੀਂ ਵੀ ਜ਼ਰੂਰ ਆਪਣੀ ਰਾਏ ਦਿਓ, ਕਿਉਂਕਿ ਮੇਰੀ ਇੱਛਾ ਹੁੰਦੀ ਹੈ ਕਿ ਵਿਰਕ ਸਾਹਿਬ ਆਪਾਂ ਨਾ ਸਿਰਫ ਇੱਕ ਪ੍ਰੋਗਰਾਮ ਬਣ ਕੇ ਨਾ ਰਹਿ ਜਾਵੇ ਪਈ ਤਾਂ ਮੈਂ ਤੁਹਾਨੂੰ ਐਜ਼ ਏ ਗੈਸਟ ਲੈ ਲਿਆ ਤੇ ਮੈਂ ਐਜ਼ ਏ ਹੋਸਟ 4 ਗੱਲਾਂ ਕਰ ਲਈਆਂ। ਆਪਾਂ ਚਾਹੁੰਦੇ ਹਾਂ ਵੀ ਕੁਛ ਨਾ ਕੁਛ ਨਿਕਲੇ,
ਕੁਛ ਨਾ ਕੁਛ ਆਪਣੀ ਗੱਲਬਾਤ ਦੇ ਵਿੱਚੋਂ ਉਸਾਰੋਂ ਨਿਕਲੇ। ਇਹ ਨਾ ਹੈਗਾ ਕਿ ਮੈਂ ਕੋਈ ਗੱਲ ਕੀਤੀ ਹੈ, ਕਿਸੇ ਨੂੰ ਚੰਗੀ ਨਹੀਂ ਲੱਗੀ, ਕੋਈ ਮੇਰੇ ਦੁਆਲੇ ਹੋ ਜਾਵੇ, ਕਿਸੇ ਨੂੰ ਤੁਹਾਡੀ ਗੱਲ ਨਹੀਂ ਚੰਗੀ ਲੱਗੀ ਤੇ ਉਹ ਤੁਹਾਡੇ ਤੇ ਗੁੱਸਾ ਝਾੜ ਲਵੇ ਕਮੈਂਟ ਕਰਕੇ, ਜੇਕਰ ਨਹੀਂ ਇਦੋਂ ਅੱਗੇ ਕੁਝ ਚੰਗਾ ਹੋਵੇ। ਵਿਰਕ ਸਾਹਿਬ, ਮੈਨੂੰ ਨਾ ਤੁਹਾਡੀ ਗੱਲਬਾਤ ਤੋਂ, ਜਿੱਦਾਂ ਤੁਸੀਂ ਇਹ ਕਹਿ ਰਹੇ ਹੋ ਕਿ ਸਾਰੇ ਜਾਣੇ ਉਹ ਅਸਤੀਫਾ ਦੇ ਦੇਣ, ਪਰ ਗੱਲ ਇਹ ਆ ਵੀ ਕਿਹਦੇ ਮੂਹਰੇ ਜਾ ਕੇ ਨਿਭ ਜਾਣ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮੂਹਰੇ। ਮਤਲਬ ਇਉਂ ਲੱਗਦਾ ਕਿ ਜਿੱਦਾਂ ਤੁਹਾਨੂੰ ਇਹ ਤੁਸੀਂ ਇਹ ਸਮਝਦੇ ਹੋ ਕਿ ਅਕਾਲੀ ਦਲ ਚਾਹੇ ਬਾਦਲ ਵਾ, ਭਈ ਉਹਨਾਂ ਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮੂਹਰੇ ਜਾ ਕੇ ਨਿਭ ਜਾਣਾ ਚਾਹੀਦਾ, ਧਿਆਨ ਸਿੰਘ ਮੰਡ ਹੋਰਾਂ ਨੂੰ ਵੀ, ਸਰਦਾਰ ਮਾਨ ਹੋਰਾਂ ਨੂੰ ਵੀ, ਗੁਰਦੀਪ ਸਿੰਘ ਬਠਿੰਡਾ, ਸਾਰਿਆਂ ਨੂੰ। ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਤਾਂ ਉਹਨਾਂ ਤੋਂ ਤਾਂ ਖੁਦ ਕੌਮ ਨਾਰਾਜ਼ ਵਾ, ਕੌਮ ਤੇ ਖੁਦ ਉਹਨਾਂ ਤੇ ਕਈ ਵਾਰੀ ਇਤਰਾਜ਼ ਜ਼ਾਹਰ ਕਰਦੀ ਹੈ। ਸੋ ਇਦਾਂ ਦੇ ਹਾਲਾਤਾਂ ਵਿੱਚ ਫਿਰ ਏਕਤਾ ਹੋਊਗੀ ਵੀ ਕਿੱਦਾਂ, ਹੈ ਨਾ ਜੀ? ਮਤਲਬ ਤੁਸੀਂ ਇੱਕ ਉਹ ਜਥੇਦਾਰ ਜਿਹੜੇ ਸ਼੍ਰੋਮਣੀ ਕਮੇਟੀ ਨੇ ਚੁਣਿਆ ਉਹਨਾਂ ਨੂੰ, ਇੱਧਰ ਸਰਬੱਤ ਖਾਲਸਾ ਵਾਲੇ ਆ ਨਾ, ਇਦਾਂ ਵੀ ਆ ਨਾ ਜੀ, ਔਖਾ ਜਿਹਾ। ਦੇਖੋ ਸੱਜਣ ਜੀ, ਜੋ ਦੁੱਖ ਦੀ ਗੱਲ ਹੈ ਨਾ ਕਿ ਜੋ ਸਿੱਖ ਇਤਿਹਾਸ ਹੈ, ਜੋ ਪਰੰਪਰਾ ਸਾਡੀ ਚੱਲੀ ਆ ਰਹੀ ਸੀ, ਐਸਜੀਪੀਸੀ ਬਣੀ 100 ਸਾਲ ਹੋ ਗਏ, ਅਕਾਲੀ ਦਲ ਬਣਿਆ 100 ਸਾਲ ਹੋ ਗਏ, ਜਥੇਦਾਰ ਇੱਕ ਇਲੈਕਟਡ ਬੋਡੀ ਐਸਜੀਪੀਸੀ ਚੁਣਦੇ ਸੀ, ਉਹ ਜਥੇਦਾਰ ਚੁਣ ਲੈਂਦੇ ਸੀ। ਬਦਕਿਸਮਤੀ ਇਹ ਰਹੀ ਕਿ 2011 ਤੋਂ ਬਾਅਦ ਇਲੈਕਸ਼ਨ ਨਹੀਂ ਹੋਇਆ, ਉਸ ਐਸਜੀਪੀਸੀ ਨੂੰ ਇਹ ਮੰਨਣ ਨੂੰ ਤਿਆਰ ਨਹੀਂ, ਪਰ ਉਸ ਜਥੇਦਾਰ ਸਿੰਘ ਸਾਹਿਬ ਉਹਨਾਂ ਦੇ ਚੁਣੇ ਹੋਏ ਜਥੇਦਾਰ ਨੂੰ ਮੰਨਣ ਨੂੰ ਤਿਆਰ ਨਹੀਂ। ਇੱਥੇ ਹੀ ਸਾਡੇ ਵਿੱਚ ਦਫੇੜ ਪਈ ਹੋਈ ਹੈ। ਅੱਜ ਕੀ ਲੋੜ ਹੈ ਕਿ ਜੇ ਮੰਡ ਸਾਹਿਬ ਨੇ ਸਿੰਘ ਸਾਹਿਬ ਨੂੰ ਇਹ ਗੱਲ ਕਹੀ ਹੈ, ਇਟ ਮੀਨਸ ਮੰਡ ਸਾਹਿਬ ਨੇ ਉਹ ਸਿੰਘ ਸਾਹਿਬ ਨੂੰ ਸਿੰਘ ਸਾਹਿਬ ਮੰਨ ਲਿਆ, ਨਹੀਂ ਤਾਂ ਅਪੀਲ ਕਰਨਾ ਹੀ ਨਹੀਂ ਸੀ ਬਣਦਾ, ਕੋਈ ਉਹਨਾਂ ਨੂੰ ਚਿੱਠੀ ਲਿਖਣੀ ਨਹੀਂ ਸੀ ਬਣਦੀ ਕੋਈ। ਮੈਂ ਪਹਿਲਾਂ ਵੀ ਕਹਿ ਚੁੱਕਾ, ਜੋ ਸਿੰਘ ਸਾਹਿਬ ਨੂੰ ਸਿੰਘ ਸਾਹਿਬ ਮੰਨਦੇ ਹੀ ਨਹੀਂ, ਉਹਨਾਂ ਦਾ ਕੋਈ ਰਾਈਟ ਹੀ ਨਹੀਂ ਬਣਦਾ ਕਿ ਉਹ ਸਿੰਘ ਸਾਹਿਬ ਤੇ ਕੋਈ ਇਲਜ਼ਾਮ ਲਾਉਣ ਕਿ ਤੁਸੀਂ ਐ ਨਹੀਂ ਐ ਕਰੋ। ਜਥੇਦਾਰ ਹੀ ਨਹੀਂ ਮੰਨਦੇ। ਜਦੋਂ ਮੰਨ ਲਿਆ, ਹੁਣ ਸਿੰਘ ਮੰਡ ਸਾਹਿਬ ਨੇ ਕਹਿਤਾ ਕਿ ਆਪਾਂ ਕੌਮ ਵਾਸਤੇ ਏਕਤਾ ਦੀ ਗੱਲ ਕਰੀਏ, ਤੋੜੀਏ, ਸਾਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾਓ। ਜਦੋਂ ਮੰਡ ਸਾਹਿਬ ਨੇ ਇਹ ਗੱਲ ਮੰਨ ਲਈ ਤਾਂ ਬਾਕੀ ਜਿਹੜੇ ਸਾਡੇ ਜਥੇਬੰਦੀਆਂ ਦੇ ਆਗੂ ਨੇ, ਸਿਰਮੌਰ ਆਗੂ ਨੇ, ਸਾਰਿਆਂ ਨੂੰ ਪੰਥਕ ਏਕਤਾ ਲਈ ਕੁਰਬਾਨੀ ਦੇਣੀ ਪਵੇਗੀ। ਅਕਾਲ ਤਖ਼ਤ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਇਕੱਠੇ ਹੋਣ ਦੀ ਮੈਂ ਗੱਲ ਨਹੀਂ ਕਰ ਰਿਹਾ। ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਤਖ਼ਤ ਹੈ, ਉੱਥੇ ਇਕੱਠੇ ਹੋਣਾ, ਉੱਥੇ ਜਥੇਦਾਰ ਬਦਲਿਆ ਵੀ ਜਾਏਗਾ। ਜਦੋਂ ਤੁਸੀਂ ਸਾਰੇ ਅਸਤੀਫੇ ਦੇ ਕੇ ਕੱਲ ਨੂੰ ਕੋਈ ਪਾਰਟੀ ਤੁਹਾਨੂੰ ਜਿਹੜਾ ਚੰਗਾ ਲੱਗੇਗਾ ਫਿਰ ਬਣਾ ਲਿਓ ਨਾ। ਜਦੋਂ ਆਪਾਂ ਐਸਜੀਪੀਸੀ ਦਾ ਅੱਗੇ ਇਲੈਕਸ਼ਨ ਆ ਰਿਹਾ, ਇਹ ਜਿਹੜੀ ਏਕਤਾ ਕਰਨ ਦੀ ਗੱਲ ਲਈ ਮੈਂ ਵੀ ਉਤਸੁਕ ਹਾਂ, ਸਾਰੀ ਕੌਮ ਉਤਸੁਕ ਹੈ ਕਿ ਐਸਜੀਪੀਸੀ ਵੀ ਨਾ ਰੁਲ ਜਾਵੇ। ਸਾਡੇ ਉੱਥੋਂ ਹਰਿਆਣਾ ਕਮੇਟੀ, ਪਟਨਾ ਕਮੇਟੀ, ਦਿੱਲੀ ਕਮੇਟੀ ਵਾਂਗੂ ਐਸਜੀਪੀਸੀ ਵੀ ਜਿਹੜੀ ਸਰਕਾਰ ਦੇ ਕੰਟਰੋਲ 'ਚ ਨਾ ਚਲੀ ਜਾਵੇ। ਉਸ ਲਈ ਸਾਰੀ ਕੌਮ ਨੂੰ ਅੱਜ ਪੰਥ ਨੂੰ ਇੱਕ ਮੁੱਦੇ ਤੇ ਇਕੱਠੇ ਹੋ ਜਾਣਾ ਚਾਹੀਦਾ ਕਿ ਐਸਜੀਪੀਸੀ ਦੇ ਇਲੈਕਸ਼ਨ ਦੇ ਵਿੱਚ ਆਪਾਂ ਸਾਰੇ ਇਕੱਠੇ ਹਾਂ, ਸਾਰੇ ਬੈਠ ਕੇ ਮਤਾ ਪਾ ਲੈਣ। 170 ਮੈਂਬਰ ਹੀ ਚੁਣਨੇ ਆ ਨਾ, ਤੇ ਸਾਰੀਆਂ ਪਾਰਟੀਆਂ ਰਲ ਕੇ ਬੈਠ ਕੇ ਸਰਬਸੰਮਤੀ ਨਾਲ ਹੀ ਚੋਣ ਹੋ ਸਕਦੀ ਹੈ। ਜਿਹੜਾ ਗੁਰਦੁਆਰਾ ਐਕਟ 1925 ਅੰਗਰੇਜ਼ਾਂ ਦਾ ਬਣਾਇਆ ਹੋਇਆ, ਉਹਨੂੰ ਅਸੀਂ ਰੱਦ ਕਰ ਦਈਏ। ਅਸੀਂ ਕੋਈ ਹਿੰਦੁਸਤਾਨ ਦੇ ਇਲੈਕਸ਼ਨ ਕਮਿਸ਼ਨ ਦੇ ਅੰਡਰ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦੇ, ਇਹ ਵੀ ਅਸੀਂ ਫਾਈਨਲ ਕਰ ਦਈਏ। ਔਰ ਅਸੀਂ ਕਹੀਏ ਆਪਣੀ ਜਥੇਬੰਦੀ, ਆਪਣੀ ਜਿਹੜੀ ਸਾਡੀ ਮਿੰਨੀ ਪਾਰਲੀਮੈਂਟ ਹੈ, ਅਸੀਂ ਆਪ ਚੁਣਨੀ ਹੈ। ਇਹ ਅਸੀਂ ਕੋਈ ਕਿਸੇ ਤੋਂ ਇਲੈਕਸ਼ਨ ਦੇ ਅਸੀਂ ਅਧੀਨ ਨਹੀਂ ਹਾਂ ਜੀ। ਵਿਰਕ ਸਾਹਿਬ, ਆਵਾਜ਼ ਨਹੀਂ ਆ ਰਹੀ ਜੀ। ਵਿਰਕ ਸਾਹਿਬ, ਜਿੱਦਾਂ ਨਾ ਗਿਆਨੀ ਹਰਪ੍ਰੀਤ, ਤੁਹਾਡੇ ਹਿਸਾਬ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਅੱਗੋਂ ਕੋਈ ਰਿਸਪੌਂਸ ਮਿਲਿਆ ਨਹੀਂ ਹੈਗਾ, ਜਿੱਦਾਂ ਜਾਂ ਤੁਹਾਡੇ ਹਿਸਾਬ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਅੱਗੋਂ ਕਿੱਦਾਂ ਦੇ ਰਿਐਕਟ ਕਰਨਾ ਚਾਹੀਦਾ ਇਸ ਚਿੱਠੀ ਨੂੰ ਲੈ ਕੇ? ਕਿਉਂਕਿ ਮੈਂ ਵੇਖ ਰਿਹਾ ਕੱਲ੍ਹ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਜਥੇਬੰਦੀਆਂ, ਮਤਲਬ ਉਹਨਾਂ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਆ ਵੀ ਆਓ ਮਿਲ ਬੈਠ ਕੇ ਆਪਾਂ ਕੋਈ ਨਾ ਕੋਈ ਹੱਲ ਕੱਢੀਏ, ਕੋਈ ਖਾਸ ਰਿਸਪੌਂਸ ਜਿਹਾ ਨਹੀਂ ਮਿਲਿਆ, ਕੋਈ ਖਾਸ ਚਰਚਾ ਵੀ ਨਹੀਂ ਹੋਈ ਹੈਗੀ ਐਡੀ ਪੰਥ ਦੇ ਵਿੱਚ। ਦੇਖੋ, ਇਹਦੇ ਉੱਤੇ ਰਿਸਪੌਂਸ ਤਾਂ ਹੀ ਮਿਲੇਗਾ ਜਦੋਂ ਪਹਿਲਾਂ ਤਾਂ ਮੰਡ ਸਾਹਿਬ ਅਸਤੀਫਾ ਦੇਣ ਕਿ ਇੱਕ ਜਥੇਦਾਰ ਨੂੰ ਮੈਂ ਮੰਨਦਾ, ਜੋ ਅਸੀਂ ਇਹ ਬਣਾ ਲਿਆ ਸੀਗਾ 16 'ਚ, ਇਹ ਸਾਡੇ ਤੋਂ ਜੋ ਵੀ ਹੋ ਗਿਆ ਉਸ ਟਾਈਮ ਜੋਸ਼ 'ਚ ਗੁੱਸੇ 'ਚ ਹੋ ਗਿਆ। ਸਰਬੱਤ ਖਾਲਸਾ ਜਥੇਦਾਰ ਸੱਦਿਆ ਨਹੀਂ ਸੀ, ਉਹ ਤਾਂ ਬਰਗਾੜੀ ਜਿਹੜਾ ਸਾਡਾ ਰੋਸ ਸੀ ਉਹਦੇ ਸੰਬੰਧ 'ਚ ਕੌਮ ਇਕੱਠੀ ਹੋਈ ਸੀ, ਉਸ ਨੂੰ ਰੂਪ ਦੇ ਦਿੱਤਾ ਗਿਆ ਕਿ ਉੱਥੇ ਜਥੇਦਾਰਾਂ ਦੀ ਚੋਣ ਹੋ ਗਈ। ਪਰ ਉਹ ਤਾਂ ਫਿਰ ਚੋਣ ਹੋ ਗਈ, ਉਹ ਸਾਰਾ ਕੁਝ ਹੋ ਗਿਆ, ਪਰ ਉਹ ਵੀ ਹੋ ਗਈ, ਅਸੀਂ ਉਹਦੇ ਵਿੱਚ ਹੋਰ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ। ਪਰ ਉਹ ਵੀ ਫਿਰ ਇੱਕ ਇਦਾਂ ਦੀ ਗੱਲ ਬਣ ਜੂਗੀ ਕਿ ਸਰਬੱਤ ਖਾਲਸਾ ਸੱਦਿਆ ਗਿਆ ਸੀਗਾ, ਇੱਕ ਵੀ ਸਰਬੱਤ ਖਾਲਸਾ ਵੱਡਾ ਇਕੱਠ ਹੋਇਆ ਸੀਗਾ, ਉੱਥੇ 7 ਲੱਖ ਦਾ ਇਕੱਠ ਹੋਇਆ, ਔਰ ਕੌਮ ਦੀ ਖਾਤਰ ਵੱਡੀ ਕੁਰਬਾਨੀ ਕਰਨ ਵਾਲੇ ਨੂੰ ਜਥੇਦਾਰ ਚੁਣਿਆ ਗਿਆ। ਹੁਣ ਜਦੋਂ ਤੁਸੀਂ ਉਹਨੂੰ ਰੱਦ ਕਰ ਦੋਗੇ ਸਾਰੇ ਕਾਸੇ ਨੂੰ, ਫਿਰ ਉਹ ਤਾਂ ਇਦਾਂ ਨਾ ਹੋ ਜਾਊਗਾ ਪਈ ਤੁਸੀਂ ਉਹ ਐਡੀ ਵੱਡੀ ਗਲਤੀ ਕਰ ਬੈਠੇ ਸੀਗੇ। ਨਹੀਂ, ਜਦੋਂ ਦਾਦੂਵਾਲ ਸਾਹਿਬ ਅਸਤੀਫਾ ਦੇ ਗਏ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣਾਏ ਸੀ, ਅਜਨਾਲਾ ਸਾਹਿਬ ਅਸਤੀਫਾ ਦੇ ਕੇ ਰੱਦ ਤਾਂ ਹੋ ਗਿਆ। ਮੰਡ ਸਾਹਿਬ ਤੇ ਬਰਗਾੜੀ ਮੋਰਚੇ ਤੇ ਐਡੇ ਵੱਡੇ ਗੰਭੀਰ ਇਲਜ਼ਾਮ ਲੱਗ ਗਏ, ਉਹ ਰੱਦ ਤਾਂ ਹੋ ਗਿਆ। ਉਸ ਦੀ ਤਾਂ ਅਸੀਂ ਤਾਂ ਮਰਜ਼ੀ ਖਿੱਚੀ ਜਾਈਏ। ਅੱਜ ਮਨ ਪਤਾ ਕਿ ਉਹਨੂੰ ਕਿੰਨੀ ਲੋਕ ਜਿਹੜੇ ਨੇ ਜਥੇਦਾਰ ਕਾਰਜਕਾਰੀ ਮੰਨਦੇ ਆ, ਸਭ ਪਤਾ ਹੈ, ਸਭ ਨੂੰ ਪਤਾ ਹੈ। ਇਸ ਦੇ ਲਈ ਹਰ ਇੱਕ ਨੂੰ ਪਤਾ, ਹਰ ਕੋਈ ਆਪਣੇ ਗਰੇਬਾਨ 'ਚ ਝਾਕ ਰਿਹਾ
ਹੁਣ ਲੋੜ ਹੈ ਕਿ ਕੌਮ ਇਕੱਠੀ ਕਿਵੇਂ ਹੋਵੇ। ਦੇਖੋ ਗਲਤੀਆਂ ਹੁੰਦੀਆਂ ਨੇ, ਸਿਆਣੇ ਕਹਿੰਦੇ ਆ ਵੀ ਜਦੋਂ ਕੋਈ ਬੰਦਾ ਗਲਤੀ ਕਰਦਾ ਹੈ ਨਾ, ਕੋਈ ਵੱਡਾ ਲੀਡਰ ਕਰਦਾ, ਕੋਈ ਛੋਟਾ ਕਰਦਾ, ਤਾਂ ਉਸ ਗਲਤੀ ਨੂੰ ਛੁਪਾਉਣ ਲਈ ਉਸ ਲੀਡਰ ਨੂੰ ਬਜਾਏ ਕੋਸਣ ਦੀ ਸਮੇਂ ਤੇ ਗੱਲ ਸੁੱਟ ਦੇਣੀ ਚਾਹੀਦੀ ਵੀ ਸਮਾਂ ਮਾੜਾ ਸੀ, ਬੰਦਾ ਚੰਗਾ ਸੀ, ਗਲਤੀ ਕਰ ਗਿਆ, ਪਰ ਸਮਾਂ ਮਾੜਾ ਸੀ। ਇਸ ਤਰੀਕੇ ਨਾਲ ਜਦੋਂ ਅਸੀਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਦਾ ਪਾਠ ਪੜਾਂਗੇ ਨਾ, ਕਿ ਸਾਰੇ ਮਿਲ ਕੇ ਤਾਂ ਹੀ ਬੈਠਾਂਗੇ। ਜਦੋਂ ਅਸੀਂ ਕਹਾਂਗੇ ਮੈਂ ਵੱਡਾ ਤੇ ਉਹ ਛੋਟਾ ਹੈ, ਜਥੇਦਾਰ ਮੈਂ ਵੱਡਾ ਜਥੇਦਾਰ ਉਹ ਛੋਟਾ ਹੈ, ਇੱਦਾਂ ਏਕਤਾ ਨਹੀਂ ਹੋਣੀ। ਮੈਨੂੰ ਯਾਦ ਹੈ ਸਿੰਘ ਸਾਹਿਬ ਨੇ ਇੱਕ, ਸ਼ਾਇਦ ਤੁਹਾਨੂੰ ਪਤਾ ਹੋਵੇ, 2 ਸਾਲ 1.5 ਸਾਲ ਪਹਿਲਾਂ ਦੀ ਗੱਲ ਹੈ, ਉੱਥੇ 52 ਜਥੇਬੰਦੀਆਂ ਦੀ ਇੱਕ ਮੀਟਿੰਗ ਸਿੰਘ ਸਾਹਿਬ ਨੂੰ ਕਹਿ ਕੇ ਅਸੀਂ ਰਖਾਈ ਸੀ। ਉਹਦੇ ਵਿੱਚ ਅਸੀਂ ਬੇਨਤੀ ਕੀਤੀ ਸੀ ਕਿ ਇੱਕ ਕਮੇਟੀ ਬਣਾ ਦਿਓ ਜਿਹੜੀ ਕਾਲੀ ਦੇਵੀ ਮੰਦਿਰ ਪਟਿਆਲੇ ਕਾਂਡ ਹੋਇਆ ਸੀ ਉਦੋਂ ਤਾਜ਼ਾ ਉਹਦੀ ਪੈਰਵਾਈ ਕਰੇ ਤੇ ਕੌਮ ਦੀ ਏਕਤਾ ਲਈ ਕੋਈ ਗੱਲ ਕਰੇ। ਸਿੰਘ ਸਾਹਿਬ ਨੇ ਕਿਹਾ ਸੀ ਤੁਸੀਂ ਕਮੇਟੀ ਬਣਾ ਲਓ, ਅਕਾਲ ਤਖਤ ਤੋਂ ਪ੍ਰਵਾਨਿਤ ਹੋਏਗੀ। ਅਸੀਂ ਕਮੇਟੀ ਬਣਾਤੀ 5 ਮੈਂਬਰੀ, ਜਿਹਦੇ ਚ ਮੈਂ ਵੀ ਸੀ, ਪਰ ਉਹ 5 ਮੈਂਬਰੀ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋ ਸਕੀ। ਸਿੰਘ ਸਾਹਿਬ ਤੇ ਇਦਾਂ ਦੇ ਨੇ, ਉਹਨਾਂ ਨੇ ਜੇ ਸਾਰੇ ਜਾਂਦੇ ਆ, ਸਿੰਘ ਸਾਹਿਬ ਨੇ ਇਹਨਾਂ ਤੇ ਸਿੱਟ ਦੇਣੀ ਹੈ ਕਿ ਤੁਸੀਂ ਕਮੇਟੀ ਬਣਾ ਲਓ, ਇੰਟੈਲੈਕਚੁਅਲ ਇੱਕ ਬੰਦਿਆਂ ਦੀ 5 ਮੈਂਬਰੀ 7 ਮੈਂਬਰੀ ਕਮੇਟੀ ਬਣ ਜਾਵੇ, ਜਿਹੜੀ ਕੌਮ ਨੂੰ ਅਗਵਾਈ, ਇਹਨਾਂ ਨੂੰ ਸਲਾਹ ਦੇਵੇ, ਅਗਵਾਈ ਕਰੇ, ਇਹਨਾਂ ਨੂੰ ਕੋਈ ਰਸਤਾ ਦਿਖਾਵੇ, ਤੇ ਫਿਰ ਇਹ ਕੌਮ ਇਕੱਠੀ ਹੋ ਸਕਦੀ ਹੈ। ਕੁਛ ਵੀ ਨਹੀਂ ਹੈ, ਸਾਰਿਆਂ ਦਾ ਮੁੱਦਾ ਤਾਂ SGPC ਦੇ ਇਲੈਕਸ਼ਨ ਤੇ ਹੈ, ਜਾਂ ਅੱਗੇ ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਆ, ਤਾਂ ਇਹ ਸਾਰੇ ਰਲ ਮਿਲ ਕੇ ਮੁੱਦੇ ਹੱਲ ਹੋ ਸਕਦੇ ਆ। ਲੜਾਈ ਕੋਈ ਨਹੀਂ ਹੈਗੀ, ਲੜਾਈ ਸਿਰਫ ਚੌਧਰ ਦੀ ਹੈ, ਸਿਆਸੀ ਲੋਕਾਂ ਦੀ ਲੜਾਈ ਹੈ। ਪਿਸ ਰਹੀ ਹੈ ਕੌਮ, ਨੁਕਸਾਨ ਹੋ ਰਿਹਾ ਕੌਮ ਦਾ। ਅੱਜ ਇਹਨਾਂ ਦਾ ਵੀ ਪੱਲੇ ਕੱਖ ਨਹੀਂ ਰਿਹਾ। ਅੱਜ ਨਾ ਸਾਡੇ ਕੋਲ ਕੋਈ ਸਿੱਖ ਸਿਆਸਤ ਦਾ ਘਾਣ ਹੋ ਗਿਆ, ਸਿੱਖ ਸੰਸਥਾਵਾਂ ਦਾ ਘਾਣ ਹੋ ਗਿਆ, ਗੁਰੂ ਘਰਾਂ ਦੇ ਵਿੱਚ ਜੋ ਕੁਝ ਹੋ ਰਿਹਾ ਆਪਾਂ ਦੇਖ ਰਹੇ ਹਾਂ, ਥਾਂ ਰੋਜ਼ ਬੇਅਦਬੀਆਂ ਹੋ ਰਹੀਆਂ, ਕੋਈ ਸਰਕਾਰ ਸਾਡੀ ਸੁਣ ਰਹੀ, ਬੰਦੀ ਸਿੰਘ ਸਾਡੇ ਬਾਹਰ ਨਹੀਂ ਆ ਰਹੇ। ਇਹ ਮਸਲਿਆਂ ਦੇ ਹੱਲ ਲਈ ਇੱਕ ਵਾਰ ਇਕੱਠੇ ਹੋ ਜਾਣਾ ਚਾਹੀਦਾ। ਇਹ ਜੋ ਉਪਰਾਲਾ ਕੀਤਾ, ਜੋ ਮਨ ਸਾਹਿਬ ਨੇ ਇਹਦੇ ਫੁਰਨਾ ਫੁਰਿਆ, ਇਹਨੂੰ ਸਹੀ ਜਾਮਾ ਪਹਿਨਾਉਣ ਲਈ ਝੁਕ ਜਾਣ, ਅਸਤੀਫਾ ਦੇ ਦੇਣ। ਆ ਪਿਆ ਜੀ, ਜਿਵੇਂ ਦਾਦੂਵਾਲ ਸਾਹਿਬ ਨੇ ਅਜਨਾਲਾ ਸਾਹਿਬ ਨੇ ਦਿੱਤਾ, ਮੇਰਾ ਵੀ ਆ ਪਿਆ ਅਸਤੀਫਾ। ਸਿੰਘ ਸਾਹਿਬ ਆਪਾਂ ਹੁਣ ਰਲ ਮਿਲ ਬੈਠ ਕੇ ਫਿਰ ਸਿੰਘ ਸਾਹਿਬ ਨੂੰ ਬਿਲਕੁਲ ਇਹ ਕਦੇ ਕੋਈ ਨਾ ਸੋਚੇ ਕਿ ਅਸੀਂ ਸਿੰਘ ਸਾਹਿਬ ਦੇ ਅਧੀਨ ਹੋ ਗਏ, ਉਹਨਾਂ ਦੀ ਅਗਵਾਈ 'ਚ ਚਲੇ ਗਏ ਆ। ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ, ਅਕਾਲ ਤਖਤ ਸਾਹਿਬ ਤੇ ਕੋਈ ਵੀ ਹੋ ਸਕਦਾ, ਬੰਦਾ ਤਾਂ ਬਦਲਦੇ ਰਹਿੰਦੇ ਆ ਨਾ, ਜਥੇਦਾਰ ਤਾਂ ਬਦਲਦੇ ਰਹਿੰਦੇ ਆ। ਉਹ ਤੋਂ ਬਾਅਦ ਫਿਰ ਜਦੋਂ ਸਾਰੇ ਇਕੱਠੇ ਹੋਣਗੇ ਫਿਰ ਇਹ ਫੈਸਲੇ ਵੀ ਹੋ ਜਾਣਗੇ। ਜੇ ਸਰਬਸੰਮਤੀ ਨਾਲ ਕੱਲ 170 ਮੈਂਬਰ ਅਸੀਂ ਚੁਣ ਕੇ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਨਹੀਂ ਚੁਣ ਸਕਦੇ, ਅਸੀਂ ਕਿਹੜਾ ਰਾਜ ਲੈ ਸਕਦੇ। ਵਾਕਈ ਇੱਕ ਬਹੁਤ ਵੱਡੀ ਗੱਲ ਹੈਗੀ ਆ ਵੀ ਆਪਾਂ ਮਿਲ ਬੈਠ ਕੇ ਆਪਣੇ 170 ਬੰਦੇ ਨਹੀਂ ਜੇ ਚੁਣ ਸਕਦੇ ਤਾਂ ਆਪਾਂ ਕਿਹੜੇ ਰਾਜ ਭਾਗ ਦੀ ਗੱਲ ਕਰਦੇ ਆ। ਵਿਰਕ ਸਾਹਿਬ, ਹੁਣ ਗੱਲ ਆ ਪਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਕੋਈ ਤਾਂ ਇਹ ਇਲਜ਼ਾਮ ਲਾਉਂਦਾ ਹੈ ਕਿ ਇਹ ਬਾਦਲਕਿਆਂ ਦੇ ਜਥੇਦਾਰ ਨੇ, ਵੀ ਉਹਨਾਂ ਦੇ ਕਹੇ ਮੁਤਾਬਕ ਚੱਲਦੇ ਆ। ਹੁਣ ਪਿੱਛੇ ਜੋ ਹੋਇਆ ਉਹਦੇ ਤੇ ਅਕਾਲੀ ਦਲ ਵਾਲੇ ਵੀ ਨਾਰਾਜ਼ ਹੋ ਗਏ, ਜਦੋਂ ਉਹ ਰਾਘਵ ਚੱਡਾ ਤੇ ਉਹ ਪ੍ਰਨੀਤੀ ਚੋਪੜਾ ਫਿਲਮੀ ਐਕਟਰੈਸ ਵੀ ਉਹਦੇ ਮੰਗਣੀ ਤੇ ਜਦੋਂ ਜਾ ਆਏ ਹੈਗੇ ਆ, ਉਦੋਂ ਵੀ ਬੜਾ ਇਤਰਾਜ਼ ਹੋਇਆ ਵੀ ਉੱਥੇ ਕੀਰਤਨ ਹੁੰਦਾ ਹੈਗਾ ਤੇ ਲਾਗੇ ਉਹ ਸੋਫੇ ਜਿਹੇ ਦੇ ਉੱਪਰ ਬੈਠੇ ਆ। ਸੋ ਵੀ ਤੁਸੀਂ ਉੱਥੇ ਕਰਨ ਕੀ ਗਏ ਹੋ? ਸੋ ਤਰ੍ਹਾਂ ਦੇ ਉਹਨਾਂ ਦੇ ਉੱਪਰ ਇਲਜ਼ਾਮ ਲੱਗਦੇ ਆ ਕਿ ਤੁਸੀਂ ਤੇ ਜਥੇਦਾਰੀ ਦੀ ਜਿਹੜੀ ਮਾਣ ਮਰਿਆਦਾ ਹੈਗੀ ਆ, ਤੁਹਾਡੀਆਂ ਆਪਣੀਆਂ ਹੱਦਾਂ, ਤੁਸੀਂ ਤੇ ਦੂਜਿਆਂ ਨੂੰ ਸੇਧ ਦਿੰਦੇ ਵੀ ਤੁਸੀਂ ਤੇ ਆਪ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਲੰਘ ਕੇ ਤੇ ਹੋਰ ਹੀ ਕਿਤੇ ਤੁਰੇ ਫਿਰਦੇ ਹੋ। ਸੋ ਹੁਣ ਗੱਲ ਆ ਵੀ ਸਵਾਲ ਇੱਕ ਕੌਮ ਦੇ ਵੱਲੋਂ ਇਹ ਹੋਊਗਾ ਕਿ ਧਿਆਨ ਸਿੰਘ ਮੰਡ ਹੋਣ, ਚਾਹੇ ਸਿਮਰਨਜੀਤ ਸਿੰਘ ਮਾਨ, ਚਾਹੇ ਹੋਰ ਧਿਰਾਂ, ਪੰਥਕ ਧਿਰਾਂ ਜਿਹੜੀਆਂ ਕਿ ਕੌਮ ਦੀ ਆਜ਼ਾਦੀ ਵਾਸਤੇ ਵੀ ਜਦੋਜਹਿਦ ਕਰ ਰਹੀਆਂ ਨੇ, ਜਦੋਂ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਹਿਣਗੇ ਕਿ ਆਹ ਲਓ ਜੀ ਅਸੀਂ ਤੁਹਾਡੇ ਕੋਲ ਆ ਗਏ ਹਾਂ, ਅਸੀਂ ਤੁਹਾਡੀ ਜਾਂ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ, ਕਿਉਂਕਿ ਅਕਾਲ ਤਖਤ ਦੀ ਰਹਿਨੁਮਾਈ ਦਾ ਮਤਲਬ ਤੇ ਉੱਥੇ ਜਥੇਦਾਰ ਜਿਹੜੇ ਇਸ ਵੇਲੇ ਹੈਗੇ ਉਹਨਾਂ ਨੂੰ ਹੀ ਜਾ ਕੇ ਕਹੋਗੇ ਨਾ, ਚਿੱਠੀ ਵੀ ਤਾਂ ਉਹਨਾਂ ਨੂੰ ਦਿੱਤੀ ਗਈ ਹੈ ਨਾ ਜੀ, ਚਿੱਠੀ ਤਾਂ ਉਹਨਾਂ ਨੇ ਪੜ੍ਹਨੀ ਆ। ਸੋ ਕੌਮ ਬੜਾ ਇਤਰਾਜ਼ ਕਰੂੰਗੇ ਕਿ ਭਾਈ ਤੁਸੀਂ ਉਹਨਾਂ ਦੇ ਕੋਲ ਜਾ ਰਹੇ ਹੋ, ਉਹਨਾਂ ਨੂੰ ਚਿੱਠੀਆਂ ਲਿਖ ਰਹੇ ਹੋ, ਗਿਆਨੀ ਹਰਪ੍ਰੀਤ ਸਿੰਘ ਨੂੰ। ਸੋ ਬੜਾ ਇੱਕ ਇਦਾਂ ਦਾ ਇੱਕ ਭੰਬਲ ਭੂਸਾ ਜਿਹਾ ਪੈਦਾ ਹੋ ਜਾਊਗਾ। ਇਹ ਦੇਖੋ, ਜਦੋਂ ਮੰਡ ਸਾਹਿਬ ਨੇ ਚਿੱਠੀ ਇਹ ਬਿਲਕੁਲ ਉਹਨਾਂ ਨੇ ਆਪਣੀ ਪਾਰਟੀ ਨੂੰ ਪੁੱਛੇ ਤੋਂ ਬਿਨਾਂ, ਆਪਣੇ ਆਕਾ ਦੇ ਹੁਕਮ ਤੋਂ ਬਿਨਾਂ ਤਾਂ ਲਿਖ ਨਹੀਂ ਸਕਦੇ। ਇਟ ਮੀਨਸ ਸਾਫ਼ ਹੈ ਕਿ ਉਹਨਾਂ ਨੇ ਇਹ ਦੇਖ ਲਿਆ ਕਿ ਅਸੀਂ ਜੋ ਜਥੇਦਾਰ ਥਾਪ ਕੇ ਜੋ ਅਸੀਂ ਤੁਰੇ ਸੀਗੇ ਕਿ ਅਕਾਲ ਤਖਤ ਸਾਹਿਬ ਤੇ ਕਬਜ਼ਾ ਜਿਹੜਾ ਅਕਾਲੀ ਦਲ ਦਾ ਹਟਾ ਕੇ, SGPC ਦਾ ਹਟਾ ਕੇ ਅਸੀਂ ਕਰ ਲਾਂਗੇ, ਉਹ ਨਹੀਂ ਕਰ ਸਕੇ। ਜਾਂ ਕਰਦੇ ਜਿਵੇਂ ਕੀਤਾ ਸੀਗਾ ਜਦੋਂ ਭਾਈ ਗੁਰਦੇਵ ਸਿੰਘ ਕਾਉਕੇ ਜਥੇਦਾਰ ਬਣਾਏ ਸੀ। ਜਿੱਦਣ ਇਹਨਾਂ ਨੇ ਜਥੇਦਾਰ ਥਾਪਿਆ ਉਸ ਦਿਨ ਫਿਰ ਅਕਾਲ ਤਖਤ ਤੇ ਜਾਂਦੇ, ਉੱਥੋਂ ਕੱਢ ਕੇ ਉਹਨਾਂ ਨੂੰ ਅਕਾਲੀਆਂ ਨੂੰ ਬਾਹਰ ਮਾਰਦੇ, ਆਪਣਾ ਜਥੇਦਾਰ ਉੱਥੇ ਧਿਆਨ ਸਿੰਘ ਮੰਡ ਨੂੰ ਬਿਠਾਉਂਦੇ। ਫਿਰ ਤਾਂ ਇਹ ਗੱਲ ਬਣਦੀ ਕਿ ਜਥੇਦਾਰ ਥਾਪਿਆ। ਜਿੱਦਾਂ ਭਾਈ ਜਸਵੀਰ ਸਿੰਘ ਰੋਡੇ ਬਣਾਏ ਆ, ਭਾਈ ਰਣਜੀਤ ਸਿੰਘ ਬਣਾਏ ਆ, ਜਥੇਦਾਰ ਬਣਦੇ ਆਏ ਆ। ਇਹ ਜਥੇਦਾਰ ਉੱਥੇ ਐਲਾਨ ਕਰਕੇ ਤੇ ਜਥੇਦਾਰ ਘਰ ਬਹਿ ਗਏ ਜਾ ਕੇ, ਦਾਦੂਵਾਲ ਸਾਹਿਬ ਉੱਥੇ ਤਖਤ ਤੇ ਕੋਈ ਬੈਠਾ ਨਹੀਂ, ਜਾ ਕੇ ਤਖਤ ਤੇ ਬੈਠਦੇ ਨਾ ਜਥੇਦਾਰ। ਉਹ ਜਥੇਦਾਰ ਕਾਹਦਾ ਜਿਹੜਾ ਤਖਤ ਤੇ ਵਿਰਾਜਮਾਨ ਨਹੀਂ, ਤਖਤ ਤੇ ਨਹੀਂ ਕਰ ਸਕੇ। ਇਸ ਲਈ ਇਹਨਾਂ ਨੇ 8-9 ਸਾਲ ਜੋ ਕੌਮ ਦੇ ਵਿੱਚ ਇੰਨਾ ਭੰਬਲ ਭੂਸਾ ਪਾਈ ਰੱਖਿਆ, ਜੋ ਕੁਝ ਹੋਇਆ ਉਹ ਇਹ ਸਮਝ ਗਏ ਹੈ। ਬੜੀ ਚੰਗੀ ਗੱਲ ਹੈ। ਵੇਖੋ, ਦੇਰ ਆਏ ਦਰੁਸਤ ਹੈ।
ਪਰ ਮੈਂ ਮੋੜੋ ਵੀ ਕਹਿੰਦਾ ਤਾਂ ਕਿ ਇਹਦਾ ਸਵਾਗਤ ਕਰਨਾ ਚਾਹੀਦਾ ਸਾਰੀਆਂ ਪਰ ਅੱਗੋਂ ਵੀ ਤਾਂ ਮਾਨ ਰਿਸਪੌਂਸ ਸਾਹਿਬ ਮਿਲਣਾ ਦੇ ਜੀ। ਭੇਜੇ ਹੀ ਗਏ ਆ, ਭੇਜੀ ਚਿੱਠੀ ਲਿਖੀ ਆ, ਇਹਦੇ ਚ ਕੋਈ ਸ਼ੱਕ ਨਹੀਂ ਕਿਸੇ ਨੂੰ ਹੋਣਾ ਚਾਹੀਦਾ। ਇਹ ਬੜੀ ਚੰਗੀ ਗੱਲ ਹੈ, ਪਰ ਸਾਰਿਆਂ ਨੂੰ ਅੱਗੋਂ ਵੀ ਤਾਂ ਰਿਸਪੌਂਸ ਮਿਲੇ ਨਾ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਵੀ ਤਾਂ ਮਿਲੇਗਾ। ਰਿਸਪੌਂਸ ਮਿਲੇ ਨਾ ਕੁਝ। ਰਿਸਪੌਂਸ ਲਈ ਸਿੰਘ ਸਾਹਿਬ ਜੇ ਨਿਉ ਕੇ ਜਾਣਗੇ, ਜੇ ਅਸਤੀਫੇ ਦੇ ਕੇ ਜਾਣਗੇ ਕਿ ਅਸੀਂ ਆਪਣੀਆਂ ਅੱਜ ਸਾਰਾ ਕੁਝ, ਆਪਣੀ ਅਕਲ ਸਾਡੀ ਜਿਹੜੀ ਫੇਲ ਹੋ ਗਈ ਹੈ, ਸਾਡੀ ਰਾਜਨੀਤੀ ਫੇਲ ਹੋ ਗਈ ਹੈ, ਸਾਡੀ ਰਣਨੀਤੀ ਫੇਲ ਹੋ ਗਈ ਹੈ, ਹੁਣ ਕੌਮ ਇਕੱਠੀ ਹੋ ਕੇ ਕੋਈ ਨਵੀਂ ਰਣਨੀਤੀ ਬਣਾਓ, ਕੋਈ ਸਟ੍ਰੈਟਜੀ ਅਪਣਾਈਏ, ਉਹਦੇ ਲਈ ਫਿਰ ਇੱਕ ਇੰਟੈਲੈਕਚੁਅਲ ਕਮੇਟੀ ਬਣੇ ਜਿਹੜੀ ਫਿਰ ਮਾਰਗਦਰਸ਼ਨ ਕਰੇ ਕਿ ਤੁਸੀਂ ਇਦਾਂ ਨਹੀਂ, ਹੁਣ ਇਦਾਂ ਤੁਰਨਾ। ਪਹਿਲਾ ਏਜੰਡਾ ਹੀ ਹੋਵੇ ਕਿ ਐਸਜੀਪੀਸੀ ਇਲੈਕਸ਼ਨ ਸਾਰੇ ਪੰਥ ਨੇ ਮਿਲ ਕੇ ਲੜਨੀ ਹੈ। ਦੂਸਰਾ 24 ਦਾ ਇਲੈਕਸ਼ਨ ਮਿਲ ਕੇ ਲੜਨਾ ਹੈ। ਜੇ ਤੁਸੀਂ ਇੰਨਾ ਕੰਮ ਕਰ ਜਾਂਦੇ ਹੋ ਤਾਂ ਦਿੱਲੀ ਤੁਹਾਡੇ ਪੈਰਾਂ 'ਚ ਡਿੱਗ ਪਏਗੀ। ਉਹਨੂੰ ਪਤਾ ਲੱਗ ਜਾਏਗਾ ਕਿ ਜਿਹੜੀ ਕੌਮ ਨੂੰ ਅਸੀਂ ਲੀਰੋ ਲੀਰ ਕੀਤਾ ਸੀ, ਸੰਸਥਾਵਾਂ ਤੋੜਤੀਆਂ, ਟੁਕੜੇ ਕਰਦੇ, ਅੱਜ ਉਹ ਕੌਮ ਇਕੱਠੀ ਹੋ ਰਹੀ ਹੈ। ਜਿਹੜਾ ਸਿੰਘ ਸਾਹਿਬ ਦੇ ਇਲਜ਼ਾਮਾਂ ਦਾ ਸਵਾਲ ਹੈ ਨਾ, ਹਾਂਜੀ ਜੀ, ਮੇਰਾ ਇੱਕ ਅਖੀਰਲਾ ਹੀ ਸਵਾਲ ਹੈਗਾ। ਵੈਸੇ ਮੇਰਾ ਅਖੀਰਲਾ ਹੀ ਸਵਾਲ ਵਾ, ਉਹਦਾ ਮੈਂ ਸੋਚਦਾ ਹੈਗਾ ਵੀ ਵੈਸੇ ਇਸ ਗੱਲ ਦੇ ਵਿੱਚ ਹਰਜ ਵੀ ਕੀ ਹੈਗਾ ਜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਇਹ ਗੱਲ ਕਹਿ ਦੇਣ ਕਿ ਮੈਂ ਭਾਵੇਂ ਕਿਸੇ ਦਾ ਵੀ ਥਾਪਿਆ ਹੋਇਆ ਹੈਗਾ, ਵੀ ਮੇਰੇ ਕੋਲ ਵੀ ਹੋ ਸਕਦਾ ਜਾਣੇ ਅਣਜਾਣੇ ਕਾਫੀ ਇਦਾਂ ਦੀਆਂ ਗੱਲਾਂ ਹੋਈਆਂ ਹੋਣ, ਹੋ ਸਕਦਾ ਮੈਂ ਜਾਣੇ ਜਾਂ ਅਣਜਾਣੇ ਕੌਮ ਦੀ ਜਿਹੜੀਆਂ ਆਸਾਂ ਸੀ, ਮੈਂ ਉਹਨਾਂ ਆਸਾਂ ਦੀ ਕਸਵੱਟੀ ਦੇ ਉੱਪਰ ਖਰਾ ਨਾ ਉਤਰ ਸਕਿਆ ਹੋਵਾਂ, ਤੇ ਹੁਣ ਜੇ ਕਿਸੇ ਨੇ ਇੱਕ ਪਹਿਲ ਕਦਮੀ ਕੀਤੀ ਹੈ ਤੇ ਉਹ ਵੀ ਮੋਰੇ ਬਾਹਾਂ ਇੱਦਾਂ ਫੈਲਾਣ, ਜੇ ਤਾਂ ਹਰਜ ਤਾਂ ਕੋਈ ਨਹੀਂ ਹੈਗਾ। ਮੈਨੂੰ ਲੱਗਦਾ ਆਪਾਂ ਕਾਹਨੂੰ ਇੰਨੀ ਜ਼ਿਆਦਾ ਉਡੀਕ ਕਰਦੇ ਹਾਂ ਕਿ ਕੋਈ ਚੰਗੀ ਤਰ੍ਹਾਂ ਨਿਭ ਕੇ ਆਵੇ, ਕੋਈ ਅਸਤੀਫੇ ਦੇ ਕੇ ਆਵੇ, ਕਾਹਨੂੰ ਆਪਾਂ ਇੰਨਾ ਜ਼ਿਆਦਾ ਉਡੀਕਦੇ ਹਾਂ ਨਾ। ਥੋੜਾ ਜਿਹਾ ਇੱਕ ਸਟੈਪ ਉਹ ਵੀ ਅੱਗੇ ਨੂੰ ਥੋੜਾ ਜਿਹਾ ਵੱਧ ਲੈਣ ਪਈ, ਠੀਕ ਆ ਜੀ, ਆਓ। ਨਹੀਂ, ਸਿੰਘ ਸਾਹਿਬ ਇਤਿਹਾਸ ਗਵਾਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਇੱਕ ਹੀ ਜਥੇਦਾਰ ਹੈ। ਜਦੋਂ ਹਮਰਤਬਾ ਦਾ ਸ਼ਬਦ ਵਰਤ ਕੇ ਦੋ ਜਥੇਦਾਰ ਕਹਿ ਕੇ ਬੈਠਣਗੇ ਤਾਂ ਉਹ ਇਕਤਾ ਵਾਲੀ ਕੋਈ ਗੱਲ ਹੋ ਹੀ ਨਹੀਂ ਸਕਦੀ, ਗੱਲ ਹੀ ਨਹੀਂ ਹੁੰਦੀ। ਗੱਲ ਹੋਏਗੀ ਇੱਕ ਦੂਜੇ ਨੂੰ ਮੰਨ ਲਵੇ। ਜੇ ਗਿਆਨੀ ਹਰਪ੍ਰੀਤ ਸਿੰਘ ਜੀ ਭਾਈ ਮੰਡ ਨੂੰ ਮੰਨ ਲੈਣ, ਚਾਹੇ ਭਾਈ ਮੰਡ ਉਹਨਾਂ ਨੂੰ ਮੰਨ ਲੈਣ, ਫਿਰ ਏਕਤਾ ਦੀ ਗੱਲ ਤੁਰੇਗੀ। ਪਹਿਲਾਂ ਤਾਂ ਸਭ ਤੋਂ ਵੱਡੀ ਰੁਕਾਵਟ ਇਹ ਖਤਮ ਹੋ ਜਾਏ, ਜਿਹੜੀ ਸਾਡੇ 'ਚ ਰੁਕਾਵਟ ਪਈ ਹੋਈ ਹੈ ਨਾ। ਇਹ ਹੁਣ ਤੁਹਾਡੇ ਸਾਹਮਣੇ ਹੀ ਹੈ, ਆਪਾਂ ਰੋਜ਼ ਦੇਖਦੇ ਹਾਂ, ਅਸੀਂ ਜਥੇਦਾਰ ਨਹੀਂ ਮੰਨਦੇ ਜੀ, ਸਿੰਘ ਸਾਹਿਬ ਨੂੰ ਨਹੀਂ ਮੰਨਦੇ ਜੀ, ਜਿਹੜੇ ਦੂਜੇ ਨੇ ਉਹ ਕਹਿਣਗੇ ਜੀ ਅਸੀਂ ਭਾਈ ਹਵਾਰਾ ਨੂੰ ਨਹੀਂ ਮੰਨਦੇ ਜੀ। ਅਸੀਂ ਹਵਾਰਾ ਜਦ ਤੱਕ ਬਾਹਰ ਨਹੀਂ ਆਉਂਦੇ ਤਦ ਤੱਕ ਇੱਕ ਕਾਰਜਕਾਰੀ ਜਥੇਦਾਰ ਰਹਿਣ ਦਈਏ। ਉਹਦੇ ਵਾਸਤੇ ਮਾਨ ਸਾਹਿਬ ਨੇ ਪਹਿਲ ਕੀਤੀ ਹੈ, ਬੜੀ ਚੰਗੀ ਗੱਲ ਹੈ, ਪਰ ਅਸਤੀਫਾ ਦੇ ਕੇ, ਮੇਰੀ ਇਹ ਆਪਣੀ ਨਿੱਜੀ ਰਾਏ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਉਸ ਤੋਂ ਬਿਨਾਂ ਇਕਤਾ ਪੋਸੀਬਲ ਨਹੀਂ ਹੈ। ਪਰ ਜੇ ਉਹ ਅਸਤੀਫਾ ਦਿੱਤੇ ਤੋਂ ਬਿਨਾਂ ਅਸਤੀਫਾ ਦਿੱਤਿਆਂ ਹੀ ਉਹਨਾਂ ਨੇ ਚਿੱਠੀ ਲਿਖੀ ਹੈ, ਜਾਂ ਹੁਣ ਚਿੱਠੀ ਲਿਖਤੀ ਪਹਿਲਾਂ, ਹੁਣ ਜੇ ਬਾਅਦ 'ਚ ਵੀ ਅਸਤੀਫਾ ਨਹੀਂ ਦਿੰਦੇ ਤਾਂ ਫਿਰ ਤੁਹਾਡੇ ਹਿਸਾਬ ਨਾਲ ਗੱਲ ਇੱਥੇ ਸਟਾਪ ਆ ਬਸ? ਫਿਰ ਨਹੀਂ, ਜਦ ਤੱਕ ਜੇ ਇਹ ਬਿਨਾਂ ਚਿੱਠੀ ਅਸਤੀਫਾ ਦਿੱਤੇ ਕਰਦੇ ਆ ਤਾਂ ਸਿਰਫ ਇਹ ਉਹਨਾਂ ਨੂੰ ਅਪੀਲ ਕਰ ਸਕਦੇ ਆ ਜੋ ਇਹਨਾਂ ਨੂੰ ਜਥੇਦਾਰ ਮੰਨਦੇ ਆ। ਜਿਹੜੇ ਇਹਨਾਂ ਨੂੰ ਜਥੇਦਾਰ ਮੰਨਦੇ ਆ ਉਹ ਤਾਂ ਮਾਨ ਸਾਹਿਬ ਦੀ ਅਪੀਲ ਤੇ ਇਕੱਠੇ ਕਰ ਲੈਣ। ਪਹਿਲਾਂ ਇੱਕ ਕੰਮ ਇਹੀ ਕਰ ਲੈਣ ਪਹਿਲਾਂ ਕਿ ਜਿੰਨੇ ਲੋਕ, ਜਿੰਨੀ ਕੌਮ, ਜਿਹੜੀ ਸਿੱਖ ਸੰਗਤ ਹੈ ਮੰਡ ਸਾਹਿਬ ਨੂੰ ਮੰਨਦੀ ਹੈ ਜਥੇਦਾਰ, ਤਾਂ ਪਹਿਲਾਂ ਮਾਨ ਸਾਹਿਬ ਦੀ ਅਗਵਾਈ 'ਚ ਹੋ ਜਾਣ। ਉਹ ਵੀ ਸਾਰੇ ਇਕੱਠੇ ਨਹੀਂ ਹੈ। ਫਿਰ ਉਸ ਤੋਂ ਬਾਅਦ ਹੋਏਗਾ ਕਿ ਕਿਹੜਾ ਜਥੇਦਾਰ ਦੋਨਾਂ ਦੇ ਵਿੱਚੋਂ ਕਾਇਮ ਹੈ, ਫਿਰ ਕੌਮ ਉਧਰ ਤੁਰ ਪਏਗੀ। ਹੁਣ ਚੱਕਰ ਤਾਂ ਇਹ ਹੈ ਕਿ ਇਹ ਵੀ ਤਾਂ ਇਕੱਠੇ ਨਹੀਂ ਹੈਗੇ ਨਾ ਸਾਰੇ। ਇਸੇ ਲਈ ਕੁਰਬਾਨੀ ਦੇਣੀ ਪੈਣੀ ਹੈ। ਦੇਖੋ ਸੱਜਣ ਜੀ, ਕੁਰਬਾਨੀ ਦੇਣੀ ਪੈਣੀ ਹੈ, ਆਪਣਾ ਨਿੱਜ ਸਵਾਰਥ ਤਿਆਗਣਾ ਪੈਣਾ, ਇੱਕ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਦਾ ਪਾਠ ਪੜ੍ਹਨਾ ਪੈਣਾ ਜੇ ਏਕਤਾ ਕਰਨੀ ਹੈ। ਅੱਜ ਕੋਈ ਜੇ ਕੌਮ ਇਕੱਠੀ ਹੁੰਦੀ ਹੈ ਤਾਂ ਸਰਦਾਰ ਨਵਾਬ ਕਪੂਰ ਸਿੰਘ ਵਰਗਾ ਕੋਈ ਸਾਨੂੰ ਇਹੋ ਜਿਹਾ ਬੇਤਾਜ ਬਾਦਸ਼ਾਹ ਲੱਭਣਾ ਪਏਗਾ, ਬਿਠਾਉਣਾ ਪਏਗਾ, ਜਿਹੜਾ ਘਰ ਫੂਕ ਤਮਾਸ਼ਾ ਦੇਖਣ ਵਾਲਾ ਹੋਵੇ, ਕੌਮ ਲਈ ਜੋ ਇਹ ਗੱਲ ਕਹਿਣ ਵਾਲਾ ਹੋਵੇ, ਪੰਥ ਵਸੇ ਮੈਂ ਜਿਹੜਾ, ਉਹ ਸਾਨੂੰ ਅਜੇ ਨਹੀਂ ਮਿਲ ਰਿਹਾ। ਸਾਨੂੰ ਅਜੇ ਤੱਕ ਇਹਨਾਂ ਦੇ ਮਨਾਂ 'ਚੋਂ ਸਵਾਰਥ, ਨਿੱਜ ਸਵਾਰਥ ਨਹੀਂ ਜਾ ਰਿਹਾ। ਉਸ ਲਈ ਇਹ ਹੈ, ਜਦੋਂ ਅਸੀਂ ਆ ਜਾਂਦੇ ਹਾਂ ਨਾ ਕਿ ਸਾਡਾ ਜਥੇਦਾਰ ਹੀ ਮਾਫੀ ਮੰਗਦੇ, ਮਾਫੀ ਨਹੀਂ ਮੰਗਣੀ ਚਾਹੀਦੀ। ਜਥੇਦਾਰ ਤੇ ਕੋਈ ਇਲਜ਼ਾਮ ਲੱਗ ਜਾਏ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ, ਇਹ ਉਹ ਨੈਤਿਕਤਾ ਦੇ ਆਧਾਰ ਤੇ। ਉਹਦੇ ਤੇ ਇਹ ਹੈ, ਸਾਨੂੰ ਰਣਨੀਤੀ ਸਾਡੀ ਕੋਈ ਨਹੀਂ ਹੈ, ਸਟ੍ਰੈਟਜੀ ਕੋਈ ਨਹੀਂ। ਸਾਡੇ ਸਿਆਸੀ ਲੋਕਾਂ ਦੀ ਮੈਂ ਗੱਲ ਕਰ ਰਿਹਾ, ਜਿਹੜੇ ਸਿਆਸਤਦਾਨ ਨੇ। ਸਾਨੂੰ ਇੱਕ ਦੁਸ਼ਮਣ ਜਿਹੜਾ ਅੱਜ ਤੋਂ 500 ਸਾਲ ਪਹਿਲਾਂ ਹਿੰਦੂ ਨੇ, ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਹਿਨਣ ਤੋਂ ਇਨਕਾਰਤਾ, ਸਾਨੂੰ ਦੁਸ਼ਮਣ ਮੰਨ ਲਿਆ ਸੀ, ਜਾਨੀ ਦੁਸ਼ਮਣ। ਅਸੀਂ ਨਹੀਂ ਮੰਨਿਆ, ਅਸੀਂ ਲੱਗੇ ਰਹੇ ਪਿੱਛੇ, ਰਿਸ਼ਤੇ ਬਣਾਉਂਦੇ ਰਹੇ। ਉਹ 5 ਸਦੀਆਂ ਦਾ ਵੈਰ ਲਿਆ ਸਾਡੇ ਤੋਂ, ਜਿਹੜਾ ਅਕਾਲ ਤਖਤ ਸਾਹਿਬ ਢਾਇਆ, ਜੋ ਸਾਡਾ ਘਾਣ ਕੀਤਾ, ਜੋ ਕੁਛ ਅੱਜ ਹੋ ਰਿਹਾ ਪੰਜਾਬ ਨਾਲ, ਇਹ ਸਾਰਾ ਕੁਝ ਪੁਰਾਣਾ ਵੈਰ ਹੈ। ਅਸੀਂ ਦੁਸ਼ਮਣ ਡਿਕਲੇਅਰ ਨਹੀਂ ਕੀਤਾ। ਸਾਡਾ ਦੁਸ਼ਮਣ ਬ੍ਰਾਹਮਣ ਹੈ, ਕਾਂਗਰਸ ਹੈ। ਕਾਂਗਰਸ ਨੇ ਸਾਡੀ ਕਤਲੇਆਮ ਕੀਤੀ ਹੈ, ਸਾਡਾ ਅਕਾਲ ਤਖਤ ਸਾਹਿਬ ਢਾਇਆ, ਸਾਡੇ ਘਰਾਂ ਦੇ ਘਰ ਬਰਬਾਦ ਕੀਤੇ ਹੈ, ਨਵੰਬਰ 84 ਕੀਤੀ ਹੈ। ਨਿਰੰਕਾਰੀ ਕਾਂਡ ਤੋਂ ਲੈ ਕੇ 47 'ਚ 10 ਲੱਖ ਪੰਜਾਬੀਆਂ ਦਾ ਕਤਲ ਕਰਾਉਣ ਲਈ ਵੀ ਨਹਿਰੂ ਗਾਂਧੀ ਜ਼ਿੰਮੇਵਾਰ ਹੈ। ਸਾਡੀ ਦੁਸ਼ਮਣ ਕੇਵਲ ਕਾਂਗਰਸ ਹੈ। ਸਾਨੂੰ ਇਸ ਟਾਈਮ ਕੋਈ ਹੋਰ ਪਾਰਟੀ ਨੂੰ ਦੁਸ਼ਮਣ ਨਹੀਂ ਬਣਾਉਣਾ ਚਾਹੀਦਾ। ਇਹ ਇੱਕ ਨੀਤੀ ਹੈ, ਹੋਣੀ ਚਾਹੀਦੀ ਹੈ ਕਿ ਹਰ ਇੱਕ ਨੂੰ ਦੁਸ਼ਮਣ ਨਾ ਬਣਾਈਏ, ਹਰ ਕਿਸੇ ਨਾਲ ਸਾਂਝ ਵੀ ਮਾੜੀ ਮੋਟੀ ਰੱਖੀਏ। ਇਹ ਨਾ ਕਰੀਏ ਕਿ ਸਾਰੇ ਦੁਸ਼ਮਣ।
ਬਾਕੀ ਕੋਈ ਜਦੋਂ ਭਾਜੀ ਪਾਏਗਾ ਫਿਰ ਮੋੜਾਂਗੇ। ਅਜੇ ਤਾਂ ਕਿਸੇ ਨੇ ਪਾਈ ਨਹੀਂ ਨਾ ਕਾਂਗਰਸ ਤੋਂ ਬਿਨਾਂ। ਕਾਂਗਰਸ ਨੇ ਭਾਜੀਆਂ ਪਾਈਆਂ ਨੇ, ਉਹ ਤਾਂ ਮੋੜ ਲਈਏ। ਅਜੇ ਤਾਂ ਸਾਡਾ ਬਹੁਤ ਬਦਲੇ ਲੈਣ ਵਾਲੇ ਪਏ ਆ। ਬਦਲੇ ਲਏ ਆ ਸਾਡੇ ਸਿੰਘਾਂ ਨੇ, ਉੱਥੇ ਨਾਭਾ ਜੇਲ੍ਹ ਚ ਲਏ ਆ। ਬਦਲੇ ਲਏ ਆ ਸਾਡੇ ਉਹਨਾਂ ਧੋਨੇ ਮੋਨੇ ਜਿਨ੍ਹਾਂ ਨੂੰ ਅੱਜ ਅੱਤਵਾਦੀ ਕਰਾਰ ਦੇ ਦਿੱਤਾ ਕੋਟਕਪੂਰੇ। ਅਸੀਂ ਤਾਂ ਧਰਨੇ ਹੀ ਲਾਉਂਦੇ ਰਹਿ ਗਏ ਨਾ। ਕਿਉਂ ਨਹੀਂ ਉਹਨਾਂ ਦਾ ਸਵਾਗਤ ਕਰਦੇ, ਕਿਉਂ ਨਹੀਂ ਉਹਨਾਂ ਦੀ ਪੈਰਵੀ ਕਰਦੇ? ਅੱਜ ਭਾਉ ਫੜਿਆ ਉਸ ਕੇਸ ਦੇ ਵਿੱਚ, ਤੇ ਕੌਮ ਨੂੰ ਹਾਦਾ ਨਾਰਾ ਮਾਰਨਾ ਚਾਹੀਦਾ, ਉਹਦੀ ਪੈਰਵੀ ਕਰੋ। ਉਹਨੇ ਗੁਰੂ ਦੀ ਖਿਦਮਤ ਲਈ ਕੁਰਬਾਨੀ ਕੀਤੀ ਹੈ, ਉਹਨੇ ਬਦਲਾ ਲਿਆ, ਤੇ ਕਿਉਂ ਨਾ ਕੌਮ ਪਿੱਛੇ ਖੜੇ? ਸਾਨੂੰ ਸਾਰਿਆਂ ਦਾ ਸਵਾਗਤ ਕਰਨਾ ਚਾਹੀਦਾ, ਤਾਂ ਜਾ ਕੇ ਸਾਡਾ ਭਲਾ ਹੋਣਾ। ਚੰਗੇ ਮਾੜੇ ਵਿੰਗੇ ਟੇਢੇ, ਜੇ ਆਪਣਾ ਗੱਡਾ ਭਰਨਾ ਤਾਂ ਟਾਂਡਿਆਂ ਦਾ, ਤਾਂ ਸਾਰੇ ਟਾਂਡੇ ਲੱਦਣੇ ਪੈਣਗੇ। ਕੋਈ ਕਾਣਾ, ਕੋਈ ਟੇਢਾ, ਕੋਈ ਵਿੰਗਾ, ਕੋਈ ਛੋਟਾ, ਕੋਈ ਵੱਡਾ, ਫਿਰ ਜਾ ਕੇ ਪੰਥ ਦੀ ਏਕਤਾ ਹੋਏਗੀ। ਇਸ ਲਈ ਇਸ ਵਕਤ ਭੁੱਲ ਜਾਣਾ ਚਾਹੀਦਾ ਕਿ ਮੈਂ ਵੱਡਾ ਜਾਂ ਮੈਂ ਛੋਟਾ। ਸਾਰੇ ਹੀ ਛੋਟੇ ਹੋ ਗਏ ਨੇ ਇਸ ਟਾਈਮ, ਸਾਰੇ ਹੀ ਬੌਣੇ ਹੋ ਗਏ ਨੇ। ਦਿੱਲੀ ਅੱਗੇ ਸਾਰੇ ਜ਼ੀਰੋ ਹੋ ਗਏ ਨੇ। ਸਭ ਦੀ ਪੱਤ ਲੈ ਗਈ ਹੈ, ਕੌਮ ਦੀ ਲੁਹਾਈ ਹੈ। ਹੁਣ ਇਹ ਸਾਰਿਆਂ ਨੂੰ ਪਤਾ ਵੀ ਹੈ, ਸੋਚਦੇ ਵੀ ਹੈ। ਉਸ ਲਈ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ, ਸੈਮੀਨਾਰ ਕਰਾ ਰਹੇ ਹਾਂ ਅਸੀਂ 23 ਤਰੀਕ ਨੂੰ ਜਲੰਧਰ। ਫਿਰ ਅਸੀਂ ਇੱਦਾਂ ਪੜਾਅਵਾਰ ਰੱਖਿਆ ਕੌਮ ਪੰਥਕ ਦੀ ਏਕਤਾ ਕਰਾਉਣ ਲਈ। ਅਸੀਂ ਆਪਣੇ ਸੁਝਾਅ ਦੇਵਾਂਗੇ, SGPC ਦਾ ਸ਼ੈਡੋ ਤਿਆਰ ਕਰਾਂਗੇ ਕਿ ਕਿੱਦਾਂ ਹੋਵੇ, ਸਿੰਘ ਸਾਹਿਬ ਦੀਆਂ ਕੀ ਜ਼ਿੰਮੇਵਾਰੀਆਂ ਹੋਣ, SGPC ਦੀਆਂ ਕੀ ਜ਼ਿੰਮੇਵਾਰੀਆਂ ਹੋਣ। ਉਹ ਵਿਦਵਾਨ ਬੈਠੇ ਸਾਡੇ ਲਿਖ ਰਹੇ ਆ, ਥੀਸਿਸ ਲਿਖੇ ਗਏ ਆ, ਅਸੀਂ ਉਸ ਦਿਨ ਪੜ੍ਹਨੇ ਆ। ਤੇ ਬਹੁਤ ਕੁਝ ਕਰਨਾ ਹੈ, ਜੋ ਵੀ ਅਸੀਂ ਕਰ ਸਕਦੇ ਹਾਂ। ਹਰ ਕੌਮ ਦੇ ਬੱਚੇ ਨੂੰ ਪੰਥ ਦੀ ਏਕਤਾ ਲਈ, ਕੌਮ ਲਈ ਏਕਤਾ ਲਈ ਅੱਜ ਬਾਹਰ ਆ ਜਾਣਾ ਚਾਹੀਦਾ। ਇਹਨਾਂ ਨੂੰ ਮਜਬੂਰ ਕਰ ਦੇਣਾ ਚਾਹੀਦਾ, ਸਾਰੇ ਲੀਡਰਾਂ ਨੂੰ, ਸਾਰਿਆਂ ਨੂੰ, ਕਿ ਤੁਸੀਂ ਇੱਕ ਹੋ ਜਾਓ, ਏਕਤਾ ਕਰੋ। ਇਹਨਾਂ ਦੀ ਏਕਤਾ ਨਾਲ ਹੀ ਕੌਮ ਬਚੇਗੀ। ਜੇ ਇਹਨਾਂ ਦੀ ਏਕਤਾ ਨਹੀਂ ਹੁੰਦੀ ਤਾਂ ਸਾਡਾ ਅਜੇ ਹੋਰ ਕਾਂਡ ਹੋਣਾ ਹੈ, ਬਹੁਤ ਹੋ ਗਿਆ, ਅਜੇ ਹੋਣਾ ਹੈ। ਵਾਕਈ ਏਕਤਾ ਦੀ ਗੱਲ ਕੀਤੀ ਹੈ ਤੁਸੀਂ। ਮੈਨੂੰ ਲੱਗਦਾ ਕਿ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਭਈ ਗੁਰੂ ਸਾਹਿਬ ਜੀ ਦਾ ਜਿਹੜਾ ਹੁਕਮ ਹੈਗਾ ਵੀ ਕਦੋਂ ਉਹ ਸਮਾਂ ਆਊਗਾ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ। ਵਾਕਈ ਵਿਰਕ ਸਾਹਿਬ, ਮੈਨੂੰ ਵੀ ਲੱਗਦਾ ਹੈਗਾ ਜਦੋਂ ਐਜ਼ ਏ ਸਿੱਖ ਪੱਤਰਕਾਰ ਮੈਂ ਵੀ ਆਸੇ ਪਾਸੇ ਨਿਗਾਹ ਮਾਰ ਕੇ ਦੇਖਦਾ, ਜਦੋਂ ਝਾਤ ਮਾਰ ਕੇ ਦੇਖਦੇ ਆ ਪਰਿਵਾਰਾਂ 'ਚ ਜਾਈਦਾ ਹੈਗਾ, ਕਿੰਨਾ ਕੁਛ ਪਿਛਲੇ ਸਮੇਂ ਦੇ ਵਿੱਚ ਕੌਮ ਨੇ ਹੰਢਾਇਆ ਹੈਗਾ। ਔਰ ਮੈਨੂੰ ਲੱਗਦਾ ਕਿ ਕੋਈ ਇੱਦਾਂ ਦਾ ਜ਼ੁਲਮ, ਕੋਈ ਇੱਦਾਂ ਦਾ ਤਸ਼ੱਦਦ, ਕੋਈ ਇੱਦਾਂ ਦਾ ਕਾਰਾ ਸਿੱਖ ਕੌਮ ਦੇ ਨਾਲ ਹੁਣ ਨਹੀਂ ਬਚਿਆ ਹੈਗਾ ਜਿਹੜਾ ਸਿੱਖ ਕੌਮ ਦੇ ਨਾਲ ਨਹੀਂ ਹੋਇਆ। ਔਰ ਵਾਕਈ ਵਿਰਕ ਸਾਹਿਬ, ਮੈਂ ਵੀ ਕਈ ਵਾਰ ਸੋਚਦਾ ਹੁੰਦਾ ਕਿ ਕੀ ਹੋਰ ਉਡੀਕਦੀ ਆ ਸਿੱਖ ਕੌਮ ਵੀ ਸਾਡੇ ਨਾਲ ਆਹ ਕੁਛ ਹੋ ਲਵੇ, ਉਦੋਂ ਬਾਅਦ ਆਪਾਂ ਇੱਕ ਦੂਜੇ ਦੇ ਗਲ ਦੇ ਨਾਲ ਗਲ ਲਾ ਕੇ ਜਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਆਪਾਂ ਇਕੱਠੇ ਤੁਰਾਂਗੇ। ਵਾਕਈ ਬਹੁਤ ਕੁਝ ਹੰਢਾ ਚੁੱਕੇ ਹਾਂ। ਵਿਰਕ ਸਾਹਿਬ, ਮੈਨੂੰ ਲੱਗਦਾ ਕਿ ਆ ਜਾ ਕੇ ਤੁਹਾਡਾ ਇਹ ਕਹਿਣ ਦਾ ਮਤਲਬ ਹੈਗਾ ਸਾਰੀ ਗੱਲਬਾਤ 'ਚੋਂ ਭਈ ਕੇਵਲ ਚਿੱਠੀ ਲਿਖ ਦੇਣ ਦੇ ਨਾਲ ਗੱਲ ਨਹੀਂ ਬਣਨੀ ਹੈਗੀ, ਅਸਤੀਫਾ ਦੇ ਕੇ ਤਾਂ ਫਿਰ ਉਹ ਜਾਣ, ਜੇ ਉਹਨਾਂ ਨੇ ਮੰਨ ਹੀ ਲਿਆ ਹੈਗਾ ਕਿ ਨਹੀਂ ਸਾਡੇ ਇਕੱਲਿਆਂ ਦੇ ਕੋਲੋਂ ਕੁਝ ਨਹੀਂ ਹੋ ਰਿਹਾ, ਆਪਾਂ ਮਿਲ ਜੁਲ ਕੇ ਹੀ ਕੁਝ ਕਰ ਸਕਦੇ ਹਾਂ, ਤਾਂ ਤੁਹਾਡੇ ਕਹਿਣ ਮੁਤਾਬਕ ਉਹਨਾਂ ਨੂੰ ਅਸਤੀਫਾ ਦੇ ਕੇ ਫਿਰ ਚਿੱਠੀ ਲਿਖਣੀ ਚਾਹੀਦੀ ਹੈ, ਜਾਂ ਜੇ ਚਿੱਠੀ ਲਿਖ ਦਿੱਤੀ ਆ ਤਾਂ ਉਹਨਾਂ ਨੂੰ ਅਸਤੀਫਾ ਪਹਿਲਾਂ ਦੇ ਦੇਣਾ ਚਾਹੀਦਾ। ਸ਼ਾਇਦ ਤੁਸੀਂ ਇਹ ਗੱਲ ਕਹਿਣੀ ਚਾਹੁੰਦੇ ਹੋ ਜੀ, ਇੱਦਾਂ ਹੀ ਆ ਨਾ ਜੀ? ਸੋ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੂੰਗਾ, ਦਰਸ਼ਕੋ, ਜਿਵੇਂ ਵਿਰਕ ਸਾਹਿਬ ਨੇ ਆਪਣੀ ਰਾਏ ਦਿੱਤੀ ਹੈਗੀ ਆ, ਇੱਦਾਂ ਹੀ। ਇਹ ਨਹੀਂ ਹੈਗਾ ਕਿ ਕੋਈ ਇਹ ਗੱਲ ਆਖਣ ਲੱਗ ਪਵੇ ਕਿ ਵਿਰਕ ਸਾਹਿਬ ਇੱਦਾਂ, ਭੁਪਿੰਦਰ ਸਿੰਘ ਸੱਜਣ ਇੱਦਾਂ ਨਹੀਂ। ਉਹਨਾਂ ਨੇ ਆਪਣੀ ਰਾਏ ਦਿੱਤੀ ਹੈ, ਮੈਂ ਆਪਣੀ ਗੱਲ ਕੀਤੀ ਹੈ। ਜੇ ਕਿਸੇ ਹੋਰ ਸੱਜਣ ਦੇ ਮਨ ਦੇ ਵਿੱਚ ਕੋਈ ਹੋਰ ਰਾਏ ਹੈਗੀ ਆ ਵੀ ਨਹੀਂ ਇੱਦਾਂ ਜ਼ਿਆਦਾ ਵਧੀਆ ਤਰੀਕੇ ਨਾਲ ਮਸਲੇ ਦਾ ਹੱਲ ਹੋ ਸਕਦਾ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ। ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟਸ ਨੂੰ ਪੜ੍ਹਨ ਦੀ, ਔਰ ਫਿਰ ਅਸੀਂ ਜੇ ਤੁਹਾਡੇ ਵਿੱਚੋਂ ਕਿਸੇ ਦੀ ਚੰਗੀ ਰਾਏ ਹੋਈ ਤਾਂ ਆਪਾਂ ਉਹਦੇ ਮੁਤਾਬਕ ਫਿਰ ਡਿਸਕਸ਼ਨ ਕਰਨ ਵਾਸਤੇ ਤੁਹਾਡੇ ਰੂਬਰੂ ਹੋਵਾਂਗੇ। ਵਿਰਕ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ 2 ਲਾਈਨਾਂ ਵਿੱਚ ਜੇ ਕੋਈ ਗੱਲ ਤੁਹਾਡੇ ਮਨ 'ਚ ਹੋਰ ਰਹਿ ਗਈ ਆ ਤਾਂ? ਗੱਲ ਉਹੀ ਵਾਰ-ਵਾਰ ਇਹੀ ਅਪੀਲ, ਬੇਨਤੀ, ਅਰਜ਼ੋਈ ਸਿੱਖ ਕੌਮ ਦੀ ਲੀਡਰਸ਼ਿਪ ਨੂੰ ਜੀ। ਲੀਡਰਸ਼ਿਪ ਜੇ ਅੱਜ ਵੀ ਇਕੱਠੀ ਨਾ ਹੋਈ ਤੇ ਇਤਿਹਾਸ ਇਹਨਾਂ ਨੂੰ ਮਾਫ ਨਹੀਂ ਕਰੇਗਾ, ਆਉਣ ਵਾਲੀਆਂ ਪੀੜ੍ਹੀਆਂ ਮਾਫ ਨਹੀਂ ਕਰਨਗੀਆਂ। ਇਤਿਹਾਸ ਤਾਂ ਲਿਖਿਆ ਜਾਣਾ ਜੀ। ਅੱਜ ਵੀ ਇਹ ਨਿੱਜ ਸਵਾਰਥ ਛੱਡ ਕੇ ਏਕਤਾ ਵਾਲੇ ਪਾਸੇ ਤੁਰ ਪੈਣ। ਇਹਨਾਂ ਦੇ ਕੀਤੇ ਪਾਪ, ਇਹਨਾਂ ਦੇ ਕੀਤੀਆਂ ਗਲਤੀਆਂ ਆਣਗੀਆਂ। ਕਿਸੇ ਦੀ ਗਲਤੀ ਨੂੰ ਨਾ ਚਿਤਾਰੋ, ਸਿਰਫ ਇਹ ਗਲਤੀ ਸਮੇਂ ਤੇ ਸੁੱਟ ਦਿਓ ਕਿ ਸਮਾਂ ਮਾੜਾ ਸੀ, ਬੰਦਾ ਚੰਗਾ ਸੀ, ਗਲਤੀ ਕਰ ਗਿਆ। ਇਹ ਜੇ ਪਾਠ ਪੜ੍ਹ ਲਓਗੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਦਾ ਪਾਠ ਪੜ੍ਹ ਲਓਗੇ, ਤਾਂ ਏਕਤਾ ਤੁਹਾਡੀ ਹੋ ਜਾਏਗੀ, ਕੋਈ ਰੋਕ ਹੀ ਨਹੀਂ ਸਕਦਾ। ਔਰ ਜਿੱਦਣ ਤੁਸੀਂ ਇੱਕ ਹੋ ਗਏ ਤਾਂ ਦਿੱਲੀ ਕੰਬਲ ਲੱਗ ਜਾਏਗੀ। ਧਿਆਨ ਰੱਖਿਓ। ਇੱਕ ਮੇਰੀ ਬੇਨਤੀ ਮੈਂ ਇੱਥੇ ਬਾਰ-ਬਾਰ ਫੇਰ ਕਰਦਾ, ਸਤੰਬਰ 1966 ਵਿੱਚ ਪਾਰਲੀਮੈਂਟ ਸਰਦਾਰ ਕਪੂਰ ਸਿੰਘ ICS ਨੇ ਜੋ ਸਪੀਚ ਦਿੱਤੀ ਸੀ, ਉਹ ਸਿੱਖ ਕੌਮ ਦਾ ਏਜੰਡਾ ਹੀ ਮੰਨ ਕੇ ਚੱਲੋ। ਉਹਨੂੰ ਸਾਰੇ ਸਿੱਖ ਬੱਚੇ ਸਾਰੇ ਉਹਨੂੰ ਜ਼ਰੂਰ ਸੁਣੋ। ਗੂਗਲ ਤੇ ਫੇਸਬੁੱਕ ਤੇ ਤੁਸੀਂ ਕੱਢੋਗੇ ਤਾਂ ਆ ਜਾਏਗੀ, ਉਹ ਸੁਣੋ। ਕਦੇ ਇਹ ਗੱਲ ਨਾ ਕਹੋ ਕਿ ਕੌਮ ਕੋਲ ਕੋਈ ਏਜੰਡਾ ਨਹੀਂ, ਕੌਮ ਐਵੇਂ ਧੂੜ ਜੀ ਤੁਰੀ ਫਿਰਦੀ ਹੈ। ਇਹ ਵੀ ਬੜਾ ਗਲਤ ਸ਼ਬਦ ਵਰਤਿਆ, ਮਾਨ ਸਾਹਿਬ ਨੂੰ ਵਾਪਸ ਲੈ ਲੈਣਾ ਚਾਹੀਦਾ। ਇਹ ਉਹ ਕੌਮ ਹੈ ਜਿਹੜੀ ਹਮੇਸ਼ਾ ਮੁੱਦਿਆਂ ਤੇ ਲੜੀ ਹੈ, ਏਜੰਡਿਆਂ ਤੇ ਹੀ ਲੜੀ ਹੈ। ਏਜੰਡੇ ਤੋਂ ਬਿਨਾਂ ਕੌਮ ਕਾਰੀ, ਜਿਹਦਾ ਕੌਮ ਏਜੰਡਾ ਹੀ ਕੋਈ ਨਹੀਂ, ਉਹ ਕੌਮ ਹੀ ਨਹੀਂ। ਇਹਦਾ ਮਤਲਬ ਇਹ ਹੁੰਦਾ।
ਏਜੰਡਾ ਹੈਗਾ ਸਾਡਾ ਸਿੱਖ ਰਾਜ ਦੀ ਪ੍ਰਾਪਤੀ ਏਜੰਡਾ ਹੈ। ਅਸੀਂ ਲੜਨਾ ਹੈ, ਆਖਰੀ ਦਮ ਤੱਕ ਲੜਨਾ ਹੈ। ਆਖਰੀ ਬੰਦਾ ਆਖਰੀ ਗੋਲੀ ਤੱਕ ਲੜਦੇ ਆਏ। ਸਿੰਘ ਬਾਬਾ ਬੋਤਾ ਸਿੰਘ, ਬਾਬਾ ਗੰਜਾ ਸਿੰਘ ਵਰਗਿਆਂ ਦੇ ਇਤਿਹਾਸ ਪਏ ਆ। 2 ਸਿੰਘ ਸੀਗੇ ਤੇ ਉਹਨਾਂ ਨੇ ਸਿੱਖ ਰਾਜ ਸਥਾਪਿਤ ਕਰਤਾ ਸੀ। ਇਹ ਬਣੇਗਾ ਸਿੱਖ ਰਾਜ। ਇਹਦੀ ਕੋਈ ਗੱਲ ਨਹੀਂ। ਕਮਜ਼ੋਰੀ ਨਾ ਦਿਖਾਓ, ਕਦੇ ਨਾ ਦਿਖਾਓ ਕਿ ਸਾਡੇ ਕੋਲ ਏਜੰਡਾ ਨਹੀਂ ਜਾਂ ਸਾਡੇ ਕੋਲ ਕੋਈ ਯੋਧੇ ਖਤਮ ਹੋ ਗਏ ਨੇ। ਯੋਧਿਆਂ ਦੀ ਖਾਨ ਹੈ ਸਿੱਖ ਪੰਥ। ਇਹਦੇ ਵਿੱਚ ਨਵਾਬ ਕਪੂਰ ਸਿੰਘ ਵਰਗੇ, ਜੱਸਾ ਸਿੰਘ ਆਹਲੂਵਾਲੀਆ ਵਰਗੇ, ਸ਼ੇਰੇ ਪੰਜਾਬ ਵਰਗੇ, ਹਰੀ ਸਿੰਘ ਨਲੂਆ ਵਰਗੇ ਜਰਨੈਲ ਅੱਜ ਵੀ ਨੇ। ਪਰ ਮੌਕਾ ਇਹ ਹੈ ਕਿ ਜਿਹੜੇ ਅੱਜ ਬਾਗਡੋਰ ਜਿਹੜੀ ਹੈ ਸਾਡੀ, ਉਹ ਉਹਨਾਂ ਲੋਕਾਂ ਦੇ ਹੱਥ ਆਈ ਰਹੀ ਹੈ ਜਿਹੜੇ ਨਿੱਜ ਸਵਾਰਥ ਜਿਨ੍ਹਾਂ ਨੇ ਮੋਹਰੇ ਰੱਖਿਆ, ਆਪਣਾ ਘਰ ਅੱਗੇ ਰੱਖਿਆ, ਕੌਮ ਨਹੀਂ ਰੱਖੀ। ਇਸ ਕਰਕੇ ਅਸੀਂ ਮਾਰ ਖਾ ਗਏ। ਹੁਣ ਉਹਨਾਂ ਨੂੰ ਸਮਝ ਆ ਗਈ ਲੱਗਦੀ ਹੈ। ਦੇਖੋ ਜੋ ਇਹ ਮਾਨ ਸਾਹਿਬ ਨੇ ਪਹਿਲ ਕੀਤੀ ਹੈ, ਇਹ ਸਾਰਿਆਂ ਅੱਜ ਸੋਚ ਸਾਰੇ ਇਹ ਕੁਝ ਰਹੇ ਆ ਨਹੀਂ, ਉਹਨੂੰ ਝੁਕਣ ਨੂੰ ਕੋਈ ਤਿਆਰ ਨਹੀਂ। ਜੇ ਝੁਕ ਜਾਣ ਤੇ ਸ਼ਾਮ ਨੂੰ ਏਕਤਾ ਹੋ ਜਾਂਦੀ। ਝੁਕ ਜਾਣ ਬਹੁਤ ਚੰਗਾ। ਆਪਣੇ ਨਾਲ ਜੰਗ ਹੈ। ਆਪਣਿਆਂ ਨਾਲ ਜੰਗ ਹੋਵੇ ਤਾਂ ਹਾਰ ਜਾਣਾ ਇੱਕ ਕਲਾ ਹੈ। ਹਾਰ ਜਾਓ, ਸਾਰੇ ਹਾਰ ਜਾਓ। ਕੋ ਅਸੀਂ ਹਾਰ ਗਏ, ਹੱਥ ਖੜੇ ਕਰ ਦਿਓ। ਤੇ ਹੁਣ ਜਿਹੜੀ ਹੈ ਸਿੰਘ ਸਾਹਿਬ ਇੱਕ ਕਮੇਟੀ ਬਣਾ ਕੇ ਤਾਂ ਫਿਰ ਲੀਡਰ ਚੁਣੇ ਜਾਣਗੇ। ਕੋਈ ਐਸੀ ਗੱਲ ਨਹੀਂ। ਤੁਹਾਨੂੰ ਹੀ ਚੁਣਨਾ, ਹੋਰ ਕਿੰਨੇ ਚੁਣਨਾ। ਅਸੀਂ ਤਾਂ ਕੌਮ ਲਈ 38 ਸਾਲ ਰੁਲੇ ਆ ਤੇ ਅੱਗੇ ਪਤਾ ਨਹੀਂ ਸਾਨੂੰ ਕਦੋਂ ਕਿਸ ਟਾਈਮ ਕਿੱਥੇ ਖਤਮ ਕਰ ਦੇਣਾ। ਕੌਮ ਤਾਂ ਸਾਡੇ ਪਿੱਛੇ ਤਾਂ ਸਰਕਾਰ ਪਈ ਹੋਈ। ਅਸੀਂ ਕੋਈ ਰਾਜਨੀਤੀ ਥੋੜਾ ਕਰਦੇ ਆ। ਅਸੀਂ ਤਾਂ ਆਜ਼ਾਦੀ ਲਈ ਲੜ ਰਹੇ ਆ, ਇਹਨਾਂ ਲਈ ਲੜ ਰਹੇ ਆ, ਆਪਣੇ ਲਈ ਨਹੀਂ ਲੜ ਰਹੇ। ਜੀ ਵਾਕਈ ਵਿਰਕ ਸਾਹਿਬ, ਆਪਾਂ ਉਮੀਦ ਕਰਦੇ ਹਾਂ ਕਿ ਜ਼ਰੂਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉੱਥੇ ਲਿਜਾ ਕੇ ਸਮਾਪਤ ਕਰਦੇ ਹਾਂ। ਪਈ ਹੋਏ ਇਕੱਤਰ ਮਿਲੋ ਮੇਰੇ ਭਾਈ ਵਾਲੀ ਗੱਲ, ਔਰ ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਆਪਾਂ ਉਮੀਦ ਕਰਦੇ ਹਾਂ ਕਿ ਅੱਜ ਨਹੀਂ ਤੇ ਕੱਲ ਜਲਦੀ ਹੀ ਉਹ ਸਮਾਂ ਆ ਜਾਊਗਾ ਵੀ ਜਿਹੜੇ ਅੱਜ ਖੁਆਰ ਹੋ ਰਹੇ ਨੇ ਉਹ ਇਕੱਠੇ ਹੋ ਜਾਣ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋ ਕੇ। ਫਿਰ ਜਦੋਂ ਸੰਘਰਸ਼ ਵਿੱਢੇ ਜਾਂਦੇ ਆ ਤਾਂ ਫਿਰ ਆਜ਼ਾਦੀ ਤੇ ਫਿਰ ਜਿੱਤਾਂ ਤੁਹਾਡੇ ਕਦਮ ਜ਼ਰੂਰ ਚੁੰਮ ਲੈਂਦੀਆਂ ਨੇ। ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।